एक ओंकार करता पुरख निर्भव निर्वैर अकाल मूरत आजुनी प्रसाद जब आद सच जुगाद सच है पी सच नानक होसी भी सच राणा राव न कोर राणा रंग ना दोंग फकीर वारी आपो अपनी वारी आपो अपनी जो जो तेरा हुक्म जो जो तेरा हुक्म दिवै त्यों होवना जह जह रखे आप दे जाए खलोबना फरीदा किथे तेने मापिया जिनी जड़ियो ते पाछो लग गए पाछों लद गए तू अजे ना बदीनियो आनंद गुणी निदान गुरु गरीब नवाज गरीब नवाज गरीब नवाज मल तन मौत जा आवसी सब दरवाजे बंद मल तन मौत जा आवसी सब दरवाजे बंद मल कल मौत जा आवसी सब दरवाजे बंद सब दरवाजे
ਮਨ ਤਨ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ मोहे मरने का चाव है मोहे मरने का चाव है मरूं तो हर के मत हर पूछे कौन है कौन है जो परा हमारे अमर जे कीते नीच कर गया हम मन कर मौत जब आवसी सब दरवाजे बंद मन कर मौत मन कर मौत जा आवसी सब दरवाजे पर भगत बाबा फरीद जी का शब्द है। बेनती कर रहा सी भी जिहड़ी चीज़ एक इस दुनिया ते आई है जो कुदरत ने निज़म बनाए हुए है उस चीज़ ने एक दिन खत्म भी होना है। सतगुरु जी कहते हैं जो उपजो सो दिवस है पर आज के काल फिर भी कहते हैं नानक हर गुण गाए लै ओए मना गुरु के गुणों को गा। साढ़े सतगुरु जी कह रहे हैं नौवें पातशाह गुरु तेग बहादुर जी नानक हर गुण गाए ले शाद सगल जंजाल कहते जिहड़े तेरे ते जंजाल पए है ना पुत्रां धीआं वाले महल माड़ियां वाले माया वाले दौलतां वाले इन्हां जंजालां चों उत्पर उठ के ये भी सामने ये भी पुत्र धीआं नहीं सामने काम कार नहीं करते वो भी करते हैं पर ये रब को भी चेते कर नहीं तो फिर एक दिन की होना शब्द आप जी ने सरवण किया ही है फरीदा मलकल मौत जा आवसी सब दरवाजे बंद। साडे बाबा फरीद जी कहते हैं हाँ पंक्ति सुनो मलकल मौत जा आवसी सब दरवाजे बंद शब्द सरवण करके हटिया साडे ब्राह्मण दे बनी चले पानी अन्ना
3.5 ਮਣ ਦੀ ਸਾਡੀ ਦੇਹੀ ਆ ਜਿਹਦੇ ਵਿੱਚ ਅਸੀਂ ਫਿਰਦੇ ਹਾਂ। ਚਲੋ ਕੋਈ ਜਨਮ ਲੈਂਦਾ ਬੱਚਾ ਜਾਂ ਛੋਟਾ ਹੁੰਦਾ ਉਦੋਂ ਭਾਗ ਦਾ ਘੱਟ ਹੋਵੇ ਤਾਂ ਬਾਣੀ ਨੇ ਲਿਖਿਆ ਗਿਆ, ਬਾਣੀ 'ਚ ਫੈਸਲਾ ਲਿਖਿਆ 3.5 ਮਣ ਦੀ ਦੇਹੀ ਹੈ ਇਹ। 3.5 ਮਣ ਦੇਹੀ ਚੱਲੈ ਪਾਣੀ ਅੰਨ, ਕਹਿੰਦੇ ਪਾਣੀ ਨਾਲ ਤੇ ਅੰਨ ਦੇ ਨਾਲ ਇਹ ਚੱਲਦੀ ਹੈ। ਹਾਂਜੀ ਅੱਗੇ ਪੜ੍ਹੋ ਜੀ। ਆਇਓ ਬੰਦਾ ਧੁਨੀ ਵਿੱਚ ਵਾਤਿਆ ਸੋਹਣੀ ਬਨ। ਆਇਓ ਬੰਦਾ ਦੁਨੀ ਵਿੱਚ, ਥੋੜਾ ਜਿਹਾ ਗੱਜ ਕੇ ਜੇ ਬੋਲਿਆ ਕਰੋਗੇ। ਆਇਓ ਬੰਦਾ ਦੁਨੀ ਵਿੱਚ ਵੱਧ ਸੋਹਣੀ ਬਨ। ਕਹਿੰਦੇ ਇਸ ਦੁਨੀਆ ਤੇ ਆਇਆ ਇੱਕ ਬਣਾ ਕੇ ਨਾ ਇੱਕ ਸਿਸਟਮ, ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ ਹਾੜ ਮਾਸ ਨਾਰੀ ਕੋ ਪਿੰਜਰ ਪੰਛੀ ਵਸੇ ਵਿਚਾਰਾ। ਉਹ ਹੱਡ ਮਾਸ ਨਾੜੀ ਉਹਦਾ ਪਿੰਜਰਾ ਬਣਾ ਕੇ ਕਹਿੰਦੇ ਇਹ ਆਇਓ ਬੰਦਾ ਦੁਨੀ ਵਿੱਚ। ਇੱਦਾਂ ਹੀ ਸਾਰੀ ਬਾਣੀ ਇੱਦਾਂ ਹੀ ਹੈ। ਆਇਓ ਬੰਦਾ ਦੁਨੀ ਵਿੱਚ, ਆਹ ਦੁਨੀਆ ਤੇ ਆਇਆ ਬੰਦਾ, ਆਪਾਂ ਸਾਰੇ ਆਏ ਹੋਏ ਹਾਂ। ਹੁਣ ਗੁਰਜੰਟ ਸਿੰਘ ਜੀ ਸਾਡੇ ਵਿੱਚੋਂ ਚਲੇ ਗਏ ਨੇ ਸਰੀਰ ਕਰਕੇ, ਪਰ ਉਹਨਾਂ ਦੀ ਯਾਦ ਤਾਂ ਸਾਡੇ ਵਿੱਚ ਹੈ ਨਾ। ਉਹਨਾਂ ਦੇ ਬੱਚੇ, ਉਹਨਾਂ ਦੇ ਭਾਣਜੇ, ਉਹਨਾਂ ਦੇ ਦੋਤਰੇ ਸਾਰੇ ਯਾਦ, ਸਾਰੇ ਜਾਣਦੇ। ਆਇਓ ਬੰਦਾ ਦੁਨੀ ਵਿੱਚ ਬੱਥ ਸੋਹਣੀ ਬੰਨ, ਕਹਿੰਦੇ ਇੱਕ ਬੱਥ ਬੰਨ ਕੇ ਆਇਆ ਸੋਹਣੀ ਇਸ ਦੁਨੀਆ ਤੇ, ਪਰ ਪਤਾ ਨਹੀਂ ਕਦੋਂ ਇਸ ਦੁਨੀਆ ਤੋਂ ਜਾਣਾ ਪੈਣਾ। ਹਾਂਜੀ ਅਗਲੇ ਪਦ ਦੀ ਪੜ੍ਹੋ ਜੀ। ਮਲ ਕਲ ਮੌਤ ਜਾਇਆ ਵਸੀ ਸਭ ਦਰਵਾਜੇ ਭੰਨ। ਕਹਿੰਦੇ ਮਲ ਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ। ਓਏ ਪਿਆਰਿਆ, ਜਿੰਨੇ ਮਰਜ਼ੀ ਯਤਨ ਕਰ ਲੈ ਇਸ ਮੌਤ ਤੋਂ ਤੂੰ ਬਚ ਨਹੀਂ ਸਕਦਾ। ਪੜਿਆ ਨਾ 3.5 ਮਣ ਦੇਹੀ ਚੱਲੇ ਪਾਣੀ ਅੰਨ। ਇਹ ਸਾਡਾ ਸਰੀਰ ਹੈ ਜਿਹੜਾ, ਇਹ ਪਾਣੀ ਅੰਨ ਦੇ ਨਾਲ ਚੱਲਦਾ ਹੈ। ਆਇਓ ਬੰਦਾ ਦੁਨੀਆ ਵਿੱਚ ਬੱਥ ਸੂਣੀ ਬੰਨ। ਦੁਨੀਆ ਤੇ ਤੂੰ ਆਪਣੀ ਸੂਣੀ ਬੱਥ ਨੂੰ ਇੱਕ ਬੰਨ ਕੇ ਆਇਆ, ਸਰੀਰ ਲੈ ਕੇ ਆਇਆ ਦੁਨੀਆ ਤੇ, ਪਰ ਹੋਣਾ ਕੀ ਆਖਰ ਨੂੰ? ਮਨ ਕਲ ਮੌਤ ਜਾਣਾ ਅਸੀਂ ਸਭ ਦਰਵਾਜੇ ਬੰਦ। ਜਦੋਂ ਅਕਾਲ ਪੁਰਖ ਦੇ ਸਵਾਸ ਪੂਰੇ ਹੋ ਗਏ ਨਾ ਜਿਹੜੇ ਦਿੱਤੇ ਸੀ, ਉਦੋਂ ਫਿਰ ਜਿੰਨਾ ਮਰਜ਼ੀ ਕੋਈ ਯਤਨ ਕਰ ਲੈ ਜਾਣਾ ਪੈਂਦਾ ਹੈ। ਓਏ ਮੈਨੂੰ ਮੌਤ ਨੇ ਰਹਿਣ ਨਹੀਂ ਦੇਣਾ। ਜਿਹੜਾ ਤਾਂ ਆਪਣੀ ਉਮਰ ਨੂੰ ਪੂਰੀ ਕਰਕੇ ਜਾਂਦਾ ਹੈ, ਉਹਦਾ ਸਤਿਗੁਰੂ ਜੀ ਦੀ ਜਿੱਦਾਂ ਸਿਸਟਮ ਬਣਾਇਆ ਸਤਿਗੁਰੂ ਜੀ ਨੇ, ਕੁਦਰਤ ਨੇ ਜਿੱਦਾਂ ਨਿਯਮ ਬਣਾਏ ਆ, ਉਹਨਾਂ ਵਾਸਤੇ ਤਾਂ ਬਹੁਤ ਵਧੀਆ ਹੈ। ਤੇ ਜਿਹੜਾ ਹਜੇ ਥੋੜੀ ਉਮਰ ਵਿੱਚ ਚਲਿਆ ਜਾਵੇ, ਉਹਨੇ ਨਾਮ ਨਹੀਂ ਜਪਿਆ, ਉਹਨੇ ਕੁਝ ਕੀਤਾ ਨਹੀਂ, ਉਹਦੇ ਵਾਸਤੇ ਆ ਜਿੰਨਾ ਮਰਜ਼ੀ ਯਤਨ ਕਰ ਲਈ, ਤੇਰੇ ਮਾਇਆ ਨੇ ਨਾਲ ਨਹੀਂ ਜਾਣਾ, ਤੇਰੇ ਪੁੱਤਰਾਂ ਧੀਆਂ ਨੇ ਨਾਲ ਨਹੀਂ ਜਾਣਾ। ਹੋਰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਬੰਦ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਬੰਦ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਬੰਦ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਬੰਦ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਬੰਦ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਬੰਦ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਬੰਦ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਬੰਦ ਕੇ। ਪਿਆਰੇ ਜੀ ਲੈ ਜੂ ਦਰਵਾਜੇ ਬੰਦ ਕੇ, ਪਿਆਰਿਆ ਲੈ ਜੂ ਦਰਵਾਜੇ ਬੰਦ ਕੇ, ਪਿਆਰੇ ਜੀ ਲੈ ਜੂ ਦਰਵਾਜੇ ਬੰਦ ਕੇ, ਪਿਆਰਿਆ ਲੈ ਜੂ ਦਰਵਾਜੇ ਬੰਦ ਕੇ, ਪਿਆਰੇ ਜੀ ਲੈ ਜੂ ਦਰਵਾਜੇ ਬੰਦ ਕੇ, ਪਿਆਰਿਆ ਲੈ ਜੂ ਦਰਵਾਜੇ ਬੰਦ ਕੇ, ਪਿਆਰੇ ਜੀ ਲੈ ਜੂ ਦਰਵਾਜੇ ਬੰਦ ਕੇ, ਪਿਆਰਿਆ ਲੈ ਜੂ ਦਰਵਾਜੇ ਬੰਦ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ
ਜਾਂਦੇ ਆ, ਕੋਈ ਰਹਿੰਦਾ ਇੱਥੇ? ਕੋਈ ਨਹੀਂ ਰਹਿੰਦਾ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਬੰਦ। ਇਸ ਮੌਤ ਨੇ ਸਾਰਿਆਂ ਨੂੰ ਲੈ ਜਾਣਾ ਹੈ। ਉੱਥੇ ਲਿਓ ਆਪਾਂ ਸਰਵਣ ਕਰ ਰਹੇ ਸੀ, ਸਾਡੇ ਤ੍ਰੈ ਮਨ ਦੇਹਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਥ ਅਸੂਣੀ ਬੰਨ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਬੰਦ। ਅੱਗੇ ਅਗਲੀ ਪੰਕਤੀ ਸੁਣੋ, ਵੱਜ ਕੇ ਬੋਲੋ ਥੋੜਾ ਜਿਹਾ। ਤਨਾ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ। ਜਿਹੜੇ ਤਿੰਨਾਂ ਪਿਆਰਿਆਂ ਭਾਈਆਂ ਜਿਹੜੇ ਤੇਰੇ ਨਾਲ ਦੇ ਆ ਨਾ, ਤੈਨੂੰ ਪਿਆਰ ਕਰਨ ਵਾਲੇ, ਜਿਹੜੇ ਤੂੰ ਕਹਿੰਦਾ ਮੇਰੇ ਨਾਲ ਮਰਦੇ ਆ, ਮੇਰੇ ਨਾਲ ਜਿਉਂਦੇ ਆ, ਜਿਹੜੇ ਤੇਰੇ ਨਾਲ ਇੱਕ ਥਾਲੀ ਵਿੱਚ ਬੈਠ ਕੇ ਰੋਟੀ ਖਾਂਦੇ ਆ, ਕਹਿੰਦੇ ਉਹਨਾਂ ਦੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਕਹਿੰਦੇ ਅੱਗੇ ਬੰਨ ਲਿਆ, ਅੱਗੇ ਲਾ ਲਿਆ ਜਦੋਂ ਬੰਦਾ ਮਰ ਜਾਂਦਾ ਹੈ। ਹੁਣ ਮਾਫ ਕਰਿਓ, ਘਰ ਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆ। ਜੋ ਸਾਡੇ ਘਰ ਦੇ ਵਿੱਚੋਂ ਕੋਈ ਬਾਹਰਲੇ ਦੇਸ਼ ਜਾਂਦਾ ਨਾ, ਕਿਸੇ ਮਾਂ ਦਾ ਪੁੱਤ ਜਾਂਦਾ ਹੈ, ਕਿਸੇ ਭੈਣ ਦਾ ਵੀਰ ਜਾਂਦਾ, ਕਿਸੇ ਪਤਨੀ ਦਾ ਪਤੀ ਜਾਂਦਾ, ਬੱਚਿਆਂ ਦਾ ਪਿਓ ਜਾਂਦਾ ਹੈ, ਉਦੋਂ ਬਹੁਤ ਔਖਾ ਹੈ ਉਹ ਜਾਣ ਵਾਲੇ ਨੂੰ ਤੇ ਘੱਲਣ ਵਾਲਿਆਂ ਨੂੰ। ਨਾਲੇ ਉਹਨੇ ਸਾਲ 6 ਮਹੀਨਿਆਂ ਨੂੰ 2 ਸਾਲਾਂ ਨੂੰ ਮੋੜਾਉਣਾ ਹੁੰਦਾ ਹੈ, ਪਰ ਆਪਣੇ ਦਿਲ ਤੇ ਹੱਥ ਰੱਖ ਕੇ ਮਾਂ ਦੇ ਪੁੱਤਰ ਨੂੰ ਤੋਰਨਾ ਹੀ ਪੈਂਦਾ, ਭੈਣ ਨੂੰ ਆਪਣੇ ਵੀਰ ਨੂੰ ਤੋਰਨਾ ਹੀ ਪੈਂਦਾ। ਨਾਲੇ ਪਤਾ ਹੈ ਵੀ ਮੁੜ ਕੇ ਆ ਜਾਣਾ। ਪਰ ਪਿਆਰਿਓ, ਜਦੋਂ ਅਕਾਲ ਪੁਰਖ ਦੀ ਚਿੱਠੀ ਆ ਗਈ, ਜਿਹਾ ਚੀਰੀ ਲਿਖਿਆ ਤੇ ਹੀ ਹੁਕਮ ਕਮਾਈ, ਧੱਲੇ ਆਵੇ ਨਾਨਕਾ ਸਦੇ। ਜਦੋਂ ਅਕਾਲ ਪੁਰਖ ਦੀ ਚਿੱਠੀ ਆ ਗਈ, ਉਦੋਂ ਨਹੀਂ ਕਿਸੇ ਨੇ ਮੁੜਨਾ ਗਏ ਭਾਈ। ਜਿਹੜਾ ਉੱਥੇ ਚਲਿਆ ਗਿਆ ਨਾ, ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਆਪਣੇ ਵਿਹਦੇ ਕਿੰਨੇ ਚਲੇ ਗਏ। ਕਿਸੇ ਦੀ ਭੈਣ ਚਲੀ ਗਈ, ਕਿਸੇ ਦਾ ਭਰਾ ਚਲਿਆ ਗਿਆ, ਕਿਸੇ ਦਾ ਨੌਜਵਾਨ ਪੁੱਤ ਮਰ ਜਾਂਦਾ, ਮਾਂ ਨੂੰ ਕਿੰਨਾ ਔਖਾ ਹੁੰਦਾ। ਜਿਹੜੇ ਪੁੱਤ ਨੂੰ ਆਪ ਜਨਮ ਦਿੱਤਾ ਹੁੰਦਾ, ਉਹ ਆਪ ਦੀਆਂ ਅੱਖਾਂ ਦੇ ਸਾਹਮਣੇ ਉਹਦੀ ਆਖੀ ਦੇਖਣੀ ਪੈਂਦੀ। ਜਾਣਾ ਹੀ ਆ ਭਾਈ ਸਭ ਨੇ, ਇੱਥੇ ਕਿਹੜਾ ਬੈਠ ਰਹਿਣਾ ਕਿਸੇ ਨੇ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਕਹਿੰਦੇ ਜਿਹੜੇ ਪ੍ਰੇਮ ਕਰਨ ਵਾਲੇ ਭੈਣ ਭਰਾ ਸੀ ਨਾ, ਉਹ ਜਦੋਂ ਮਰ ਗਿਆ, ਕਹਿੰਦੇ ਜਦੋਂ ਸਾਰੇ ਪਿਆਰ ਕਰਦੇ ਆ, ਫਿਰ ਬਾਅਦ ਚ ਕਹਿ ਦਿੰਦੇ ਆ ਹੁਣ ਤਾਂ ਜੀ ਛੇਤੀ ਕਰੋ, ਸੰਸਕਾਰ ਕਰ ਦਿਓ। ਆ ਐਡੀ ਭਿਆਨਕ ਬਿਮਾਰੀ ਚੱਲੀ ਆ ਹੁਣ, ਕਰੋਨਾ ਵਾਇਰਸ ਆਪਣੇ ਜਿਹੜਾ ਚੱਲਿਆ ਹੈ, ਭੈੜੀ ਬਿਮਾਰੀ। ਹੁਣ ਤਾਂ ਕਈ ਵਾਰੀ ਘਰੇ ਵੀ ਲਿਆਉਂਦੇ ਇਨਸਾਨ ਨੂੰ ਬਿਮਾਰੀ, ਭਲਾ ਵਿਚਾਰੇ ਨੂੰ ਕੋਈ ਹੋਰ ਹੋਵੇ, ਐਵੇਂ ਕਹਿ ਦੇਣ ਜਿਹੜੀ ਕਰੋਨਾ ਆ ਗਿਆ। ਮਾਂ ਨੂੰ ਆਪਣੇ ਪੁੱਤ ਦੀ ਲਾਸ਼ ਨਹੀਂ ਦੇਖਣ ਨੂੰ ਮਿਲੀ, ਕਈ ਇਹੋ ਜਿਹੇ ਸਮੇਂ ਆਏ ਆ। ਭੈਣ ਨੂੰ ਆਪਣਾ ਵੀਰ, ਪਤਨੀ ਨੂੰ ਆਪਣਾ ਪਤੀ ਵੇਖਣ ਨੂੰ ਨਸੀਬ ਨਹੀਂ ਹੋਇਆ ਅੰਦਰ। ਜਾਣਦੇ ਆ ਤੇ ਇਹਨਾਂ ਦਾ ਕਹਿੰਦੇ ਨਾਨਾ ਸੀ ਗਿੰਦੇ ਦਾ। ਦੇਖੋ ਬੰਦਾ ਆਪਣੇ ਪਿੰਡ ਵਿੱਚ ਬੰਦੇ ਨੂੰ ਬਣਾਉਣੀ ਔਖੀ ਹੋ ਜਾਂਦੀ ਹੈ, ਪਰ ਬਾਹਰਲੇ ਪਿੰਡ ਦੇ ਵਿੱਚ ਜਦੋਂ ਬੰਦੇ ਨੇ ਆਪਦਾ ਸਟੈਂਡ ਬਣਾਉਣਾ ਹੋਵੇ ਨਾ, ਬੜਾ ਕੁਝ ਸਮਝਣਾ ਪੈਂਦਾ, ਬੜਾ ਕੁਝ ਸੋਚਣਾ ਪੈਂਦਾ। ਅੱਜ ਕੱਲ੍ਹ ਤਾਂ ਕੋਈ ਕਿਸੇ ਪਿੰਡ 'ਚ 10 ਦਿਨ ਨਹੀਂ ਰਹਿ ਸਕਦਾ, 10 ਮਹੀਨੇ ਤਾਂ ਰਹਿਣੇ ਗੱਲ ਦੂਰ ਦੀ ਹੈ। ਇੱਕ ਪਿੰਡ ਦੇ ਵਿੱਚ ਰਿਸ਼ਤੇਦਾਰੀ 'ਚ ਕੋਈ 10 ਦਿਨ ਨਹੀਂ ਰਹਿ ਸਕਦਾ। ਤੇ ਪਰ ਜਿੱਦਾਂ ਮੈਨੂੰ ਪਤਾ ਲੱਗਿਆ, ਕਹਿੰਦੇ ਅੱਧੀ ਉਮਰ ਹੀ ਇਹਨਾਂ ਨੇ ਇੱਥੇ ਕੱਢੀ।
ਕਿੰਨੀ ਸੇਵਾ ਹੋ, ਕਿੰਨਾ ਮਿੱਠ ਬੋਲਣਾ ਸੁਭਾਅ ਹੋ ਉਸ ਬੰਦੇ ਦਾ, ਕਿੰਨਾ ਵਧੀਆ ਕਿਸੇ ਨਾਲ ਵਰਤਦੇ ਹੋਣਗੇ। ਜਿਹੜਾ ਬਾਹਰਲੇ ਪਿੰਡ ਦੇ, ਬਾਕੀ ਅੱਜ ਤੁਹਾਨੂੰ ਪਤਾ ਲੱਗ ਜਾਣਾ ਕੱਚ ਤੋਂ ਪਿੰਡ ਵਾਲਿਆਂ ਦੇ ਆਉਣੇ ਨੇ। ਬੰਦੇ ਦੇ ਚੰਗੇ ਮਾੜੇ ਕਰਮਾਂ ਦਾ ਇੱਥੋਂ ਪਤਾ ਲੱਗਦਾ ਹੈ। ਜਿਹਨੇ ਭਾਈ ਮਾੜੇ ਕਰਮ ਕੀਤੇ ਹੋਣ ਉਹਨੂੰ ਸਾਰੇ ਲਾਹਨਤਾਂ ਹੀ ਪਾਉਂਦੇ ਆ, ਮਾੜੇ ਕੰਮ ਕੀਤੇ ਹੋਣ ਆਪਣੀ ਜ਼ਿੰਦਗੀ ਦੇ ਵਿੱਚ। ਤੇ ਜਿਹਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨੂੰ ਸਾਰੇ ਕਹਿੰਦੇ ਆ ਬਹੁਤ ਵਧੀਆ ਸੀ। ਤੇ ਪਿਆਰੋ ਉੱਥੇ ਜਦੋਂ ਕਿਰਤੀਆਂ ਕਹਿੰਦੇ ਨੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਕਹਿੰਦੇ ਜਿਹੜੇ ਪ੍ਰੇਮ ਕਰਨ ਵਾਲੇ ਸੀ ਉਹ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਕੰਨ ਦਾ ਮਤਲਬ ਸਮਝਦੇ ਆ? ਮੋਢੇ। ਜਦੋਂ ਹੁਣ ਚਾਰ ਬੰਦੇ ਚੱਕਦੇ ਨਾ ਬੰਦੇ ਦੀ ਹੱਥ, ਕਹਿੰਦੇ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਅੱਗੇ ਕਹਿੰਦੇ ਬਾਬਾ ਫਰੀਦ ਜੀ ਲਾਸਟ ਵਿੱਚ ਕਹਿੰਦੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰ ਗਿਆ ਆਵੇ ਕੰਮ। ਕਹਿੰਦੇ ਦੁਨੀਆ ਦੇ ਵਿੱਚ ਆ ਕੇ ਚੰਗਾ ਕੰਮ ਜੇ ਤੂੰ ਕਰ ਲਿਆ ਨਾ ਤੇਰੇ ਉਹੀ ਕੰਮ ਆਉਣਾ। ਹੁਣ ਚੰਗਾ ਕੰਮ ਅਸੀਂ ਕੀ ਕਰਨਾ? ਹੁਣ ਕਈ ਕਹਿ ਦੇਣਗੇ ਜੀ, ਮੇਰੇ ਵਰਗੇ ਬੋਲਣਗੇ ਬਾਬੇ ਆ ਜੀ ਮਾਇਆ ਨਾਲ ਪਿਆਰ ਨਹੀਂ ਕਰਨਾ ਚਾਹੀਦਾ, ਮਾਇਆ ਮਾੜੀ ਆ। ਮਾਇਆ ਤੋਂ ਬਿਨਾਂ ਕੰਮ ਕਿਹਦਾ ਚੱਲਦਾ ਇਹ ਦੱਸੋ? ਮਾਇਆ ਤੋਂ ਬਿਨਾਂ ਮੇਰਾ ਵੀ ਨਹੀਂ ਚੱਲਦਾ ਕੰਮ, ਤੁਹਾਡਾ ਨਹੀਂ ਚੱਲਦਾ, ਪਰਿਵਾਰ ਤਾਂ ਸਾਰੇ ਨੇ ਪਾਲਣਾ। ਗੁਰੂ ਜੀ ਨੇ ਇਹ ਮਾਇਆ ਦੀ ਗੱਲ ਨਹੀਂ ਕੀਤੀ ਭਾਈ, ਇਹ ਤਾਂ ਮਾਇਆ ਜਿਹਦੇ ਕੋਲੇ ਹੈ ਨਹੀਂ ਉਹਨੂੰ ਪੁੱਛ ਕੇ ਦੇਖੋ। ਉਹ ਮੇਰੇ ਵਰਗਾ ਬਾਬਾ ਬੈਠਾ ਵਾਜੇ ਤੇ ਕਹੀ ਜਾਊਗਾ ਇਹ ਮਾਇਆ ਨਾਲ ਪ੍ਰੇਮ ਨਾ ਕਰਿਓ ਜੀ, ਆਪਦੇ ਕੋਲੇ ਵਾਜਾ ਭਰਿਆ ਪਿਆ ਜਦੋਂ ਦੇ ਮੂਹਰੋਂ ਚੱਕ ਲੈ ਕੋਈ ਫੇਰ ਵੇਖੋ ਹਾਲ ਉਹਦਾ ਕੀ ਵੀ। ਤਾਂ ਦੂਜਿਆਂ ਨੂੰ ਕਹੀਏ ਨਾ ਤੇਰਾ ਸਰਦਾ ਹੈ, ਤੂੰ ਸਾਰੇ ਰੱਖ ਕੇ ਜਾ ਇੱਥੇ। ਸਤਿਗੁਰੂ ਜੀ ਨੇ ਇਹ ਮਾਇਆ ਦੀ ਗੱਲ ਨਹੀਂ ਕੀਤੀ ਪਿਆਰਿਓ। ਸਤਿਗੁਰੂ ਜੀ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ। ਹੁਣ ਦੱਸੋ ਆਹ ਮਾਇਆ ਤਾਂ ਨਹੀਂ ਖਾਂਦੀ, ਇਹਦੇ ਦੰਦ ਹੈ ਕਿ ਨਹੀਂ? ਇਹ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਆਪਣੇ ਪੁੱਤਰ ਧੀਆਂ ਦੇ ਮੋਹ ਵਿੱਚ ਫਸ ਕੇ ਰੱਬ ਨੂੰ ਭੁੱਲ ਜਾਵੇ ਉਹ ਤੇ ਮਾਇਆ ਦਾ ਅਸਰ ਪੈ ਗਿਆ। ਮਾਇਆ ਕੱਲੀਆਂ ਪੈਸੇ ਮਾਇਆ ਨਹੀਂ, ਮਾਇਆ ਤਿੰਨ ਪ੍ਰਕਾਰ ਦੀ ਆ, ਚਾਰ ਪ੍ਰਕਾਰ ਦੀ ਮਾਇਆ ਦੱਸੀ ਗਈ ਆ ਸ਼ਾਸਤਰਾਂ ਦੇ ਵਿੱਚ। ਪੀਰਾਂ ਫਕੀਰਾਂ ਨੇ ਦੱਸਿਆ, ਮਹਾਤਮਾ ਨੇ, ਪ੍ਰਚਾਰਕਾਂ ਨੇ, ਕਥਾਵਾਚਕਾਂ ਨੇ, ਕਹਿੰਦੇ ਚਾਰ ਪ੍ਰਕਾਰ ਦੀ ਮਾਇਆ। ਕਿਹੜੀ? ਪਹਿਲੇ ਨੰਬਰ ਤੇ ਆ ਜਿਹਨੂੰ ਅਸੀਂ ਮਾਇਆ ਕਹਿੰਦੇ। ਇਹ ਜਿਹੜੇ ਬੰਦੇ ਕੋਲੇ ਜਾਂਦੇ ਆ, ਜਿਵੇਂ ਹੁਣ ਲੀਡਰਾਂ ਕੋਲੇ ਹੈਗੀ ਹੋਈ ਆ, ਉਹਨਾਂ ਨੂੰ ਸਭ ਤੋਂ ਵੱਧ ਭੁੱਲ ਜਾਂਦੀ ਹੈ। ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ। ਇਹ ਬਿਨਾਂ ਦੰਦਾਂ ਤੋਂ ਜਗ ਨੂੰ ਖਾ ਜਾਂਦੀ ਹੈ। ਪੈਸਾ ਬੰਦੇ ਕੋਲੇ ਹੋਵੇ, ਹੋਣਾ ਚਾਹੀਦਾ ਭਾਈ, ਕਿਉਂਕਿ ਪੈਸੇ ਤੋਂ ਬਿਨਾਂ ਚੱਲਦਾ ਨਹੀਂ ਕਿਸੇ ਦਾ ਯਾਰ, ਕੰਮ ਨਹੀਂ ਚੱਲਦਾ। ਪੁੱਤਰਾਂ ਧੀਆਂ ਨੂੰ ਵੀ ਪਾਲਣਾ। ਜਿਆਦੇ ਪੈਸਾ ਹੋਵੇ ਬੰਦਾ ਰੱਬ ਨੂੰ ਭੁੱਲ ਜੇ, ਕਰੇਤਾ ਕਰਨ ਲੱਗ ਜੇ, ਪਾਪ ਕਰੇ ਦੁਨੀਆ ਤੇ ਵੀ ਮੇਰੇ ਕੋਲੇ ਪੈਸਾ, ਮਾੜੇ ਤੋਂ ਮਾੜਾ ਨਸ਼ਾ ਕਰੇ, ਗਾਲਾਂ ਕੱਢੇ ਲੋਕਾਂ ਨੂੰ। ਆ ਹੁਣ ਤੁਸੀਂ ਦੇਖਦੇ ਹੀ ਆ ਕਈਆਂ ਦੀ ਹੁਣ ਸ਼ਰਾਬ ਪੀਂਦੇ ਨੇ ਜਿਹੜੇ ਕਿੰਨੀ ਭੈੜੀ ਪੀਂਦੇ ਨੇ, ਉਹ ਨਾਲ ਦਾ ਵੀ ਜਿਉਣਾ ਦੁੱਭਰ ਕਰ ਦਿੰਦੇ ਨੇ। ਹੁਣ ਜਿਹਦੇ ਕੋਲੇ ਪੈਸਾ ਜ਼ਿਆਦਾ ਉਹਦਾ ਫਿਰ ਪੀਊਗੀ, ਉਹਦਾ ਨਸ਼ੇ ਕਰੂਗੀ। ਮਾਇਆ ਦੇ ਮੋਹ ਵਿੱਚ ਆ ਕੇ ਸਤਿਗੁਰੂ ਜੀ ਕਹਿੰਦੇ ਰੱਬ ਨੂੰ ਭੁੱਲ ਜਾਣਾ, ਆਪਣੇ ਕੰਮਾਂ ਨੂੰ ਭੁੱਲ ਜਾਣਾ, ਮਾਇਆ ਦੇ ਮੋਹ ਵਿੱਚ ਫਸ ਗਿਆ। ਮਾਇਆ ਇਹਨੂੰ ਖਾ ਰਹੀ ਹੈ। ਗੱਡੀਆਂ ਧਨ ਦੌਲਤਾਂ ਬਹੁਤ, ਧਨ ਦੌਲਤ ਬਹੁਤ ਹੈ, ਗੱਡੀਆਂ ਕੋਠੀਆਂ ਕਾਰਾਂ ਬਹੁਤ ਨੇ, ਚਾਹੀਦੀਆਂ ਰਹਿਣ ਵਾਸਤੇ ਕੋਠੀ ਵੀ ਚਾਹੀਦੀ ਆ, ਜਾਣ ਵਾਸਤੇ ਗੱਡੀ ਵੀ ਚਾਹੀਦੀ ਆ। ਹਾਂ, ਗੱਡੀਆਂ ਕਾਰਾਂ ਦੇ ਮੋਹ ਵਿੱਚ ਉਲਝ ਕੇ, ਕੋਠੀਆਂ ਦੇ ਮੋਹ ਵਿੱਚ ਉਲਝ ਕੇ ਤੂੰ ਰੱਬ ਨੂੰ ਭੁੱਲ ਗਿਆ, ਤੇਰੇ ਤੇ ਮਾਇਆ ਨੇ ਅਸਰ ਪਾ ਲਿਆ। ਦੋ ਹੋ ਗਏ ਨਾ ਭਾਈ, ਧਿਆਨ ਰੱਖੋ। ਤੀਜੇ ਨੰਬਰ ਤੇ ਮਾਇਆ ਕਿਹੜੀ ਆ? ਬੰਦੇ ਦੇ ਪੁੱਤਰ ਧੀਆਂ। ਕਈ ਵਾਰੀ ਪੁੱਤਰਾਂ ਧੀਆਂ ਨੂੰ ਇੰਨਾ ਪਿਆਰ ਕਰ ਲੈਂਦਾ, ਇੰਨਾ ਪੁੱਤਰਾਂ ਧੀਆਂ ਦੇ ਮੋਹ ਵਿੱਚ ਜਾਂਦਾ ਹੈ ਕਿ ਉਹਨੂੰ ਐਂ ਹੁੰਦਾ ਵੀ ਮੈਂ ਆਹ ਵੀ ਆਪਣੇ ਬੱਚਿਆਂ ਵਾਸਤੇ ਬਣਾਦਾ, ਆਹ ਵੀ ਆਪਣੇ ਬੱਚਿਆਂ ਵਾਸਤੇ ਬਣਾਦਾ। ਉਹ ਫਿਰ ਹਰੇਕ ਦਾ ਖੂਨ ਚੂਸ ਕੇ ਆਪਣੇ ਪੁੱਤਰਾਂ ਵਾਸਤੇ ਪੈਸਾ ਕਮਾ ਕੇ ਲਿਆਉਂਦਾ। ਕਹਿੰਦਾ ਇੱਥੋਂ ਵੀ ਬੇਈਮਾਨੀ ਹੋ ਜੇ, ਆਹ ਵੀ ਮੇਰੇ ਕੋਲੇ ਆ ਜੇ, ਆਹ ਵੀ ਮੇਰੇ ਕੋਲੇ ਆ ਜੇ। ਤਿੰਨ ਨੰਬਰ ਤੇ ਪੁੱਤਰਾਂ ਧੀਆਂ ਦੇ ਮੋਹ ਵਿੱਚ ਲੱਗ ਕੇ ਲੋਕਾਂ ਨਾਲ ਠੱਗੀਆਂ ਧੋਖੇ ਕਰਦਾ। ਇਹ ਮਾਇਆ ਦੇ ਵਿੱਚ ਉਲਝ ਗਿਆ। ਮਾਇਆ ਨੇ ਦੰਦੀ ਭਰ ਲਈ। ਤਿੰਨ ਤਰ੍ਹਾਂ ਦੇ ਹੋ ਗਏ ਨਾ। ਚੌਥੀ ਕੌਣ ਹੈ? ਚੌਥਾ ਬੰਦੇ ਦੀ ਇਸਤਰੀ। ਘਰ ਵਾਲੀ ਦੇ ਆਖੇ ਲੱਗ ਕੇ ਮਾੜੇ ਕੰਮ ਕਰਦਾ, ਲੋਕਾਂ ਨਾਲ ਠੱਗੀਆਂ ਧੋਖੇ ਕਰਦਾ ਹੈ। ਠੀਕ ਹੈ ਜੀ। ਮਾਂ ਪਿਓ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਦਾ, ਘਰ ਵਾਲੀ ਦੇ ਮੋਹ ਵਿੱਚ ਫਸ ਗਿਆ, ਰੱਬ ਦਾ ਨਾਮ ਨਹੀਂ ਲੈਂਦਾ। ਇਹਨੂੰ ਚੌਥੀ ਮਾਇਆ ਨੇ ਮੋਹ ਪਾ ਲਿਆ ਜੀ। ਧਨ ਦੌਲਤ ਮਾਇਆ ਪਹਿਲੀ, ਦੂਜੇ ਨੰਬਰ ਤੇ ਪੁੱਤਰ ਧੀਆਂ, ਤੀਜੇ ਨੰਬਰ ਤੇ ਕੋਠੀਆਂ ਕਾਰਾਂ, ਚੌਥੇ ਨੰਬਰ ਤੇ ਇਸਤਰੀ ਜਿਹਨੂੰ ਆਪਾਂ ਧਰਮ ਪਤਨੀ ਕਹਿੰਦੇ। ਹੁਣ ਸਾਰੇ ਬੰਦੇ ਵੀ ਨਹੀਂ ਇੱਕੋ ਜਿਹੇ ਹੁੰਦੇ, ਸਾਰੀਆਂ ਬੀਬੀਆਂ ਵੀ ਨਹੀਂ ਇੱਕੋ ਜਿਹੇ ਹੁੰਦੀਆਂ। ਸੁਣ ਲਿਓ ਇਹ ਗੱਲ ਧਿਆਨ ਨਾਲ। ਮਾਂ ਪਿਓ ਨੂੰ ਜਿਹਨੇ ਜਨਮ ਦਿੱਤਾ ਸੀ ਉਹਨੂੰ ਭੁੱਲ ਕੇ ਤਾਂ ਧੱਕੇ ਮਾਰ ਕੇ ਘਰ ਵਾਲੀ ਦੇ ਮਗਰ ਲੱਗ ਕੇ ਬਾਹਰ ਕੱਢਦਾ, ਉਹ ਮਾਇਆ ਦੇ ਵਿੱਚ ਉਲਝ ਗਿਆ।
ਸਮਝਦੇ ਨਾ ਗੱਲ। ਉਹ ਮਾਇਆ ਦੇ ਵਿੱਚ ਉਲਝ ਗਿਆ। ਚਾਰ ਪ੍ਰਕਾਰ ਦੀ ਮਾਇਆ ਇਹ ਦੱਸੀ ਗਈ ਹੈ ਸ਼ਾਸਤਰਾਂ ਨੇ, ਵੇਦਾਂ ਨੇ, ਵੀ ਇਹਦੇ ਵਿੱਚ ਉਲਝ ਕੇ ਬੰਦਾ ਆਪਣੇ ਰੱਬ ਨੂੰ ਭੁੱਲ ਜਾਂਦਾ ਹੈ। ਹੁਣ ਰੱਬ ਨੂੰ ਭੁੱਲ ਹੀ ਜਾਂਦਾ। ਕੋਈ ਕਹਿੰਦੇ ਇੱਕ ਵਾਰ ਦਾ ਜ਼ਿਕਰ ਹੈ, ਸੁਣਿਓ ਧਿਆਨ ਦੇ ਨਾਲ। ਕਿਸੇ ਬੰਦੇ ਦੇ ਘਰ ਦੇ ਵਿੱਚ ਉਹਦਾ ਬਾਪੂ ਬੈਠਾ ਹੈ। ਹੁਣ ਆਪਾਂ ਨੂੰ ਪਤਾ ਹੀ ਹੈ ਨਾ, ਆਪਾਂ ਕਹਿੰਦੇ ਨੇ ਬਜ਼ੁਰਗ ਦਾ ਘਰ ਦਾ ਜਿੰਦਾ ਹੁੰਦੀ ਹੈ। ਜਿਹਦੇ ਘਰ ਦੇ ਵਿੱਚ ਮਾਂ ਬੈਠੀ ਹੈ, ਜਿਹਦੇ ਘਰ ਦੇ ਵਿੱਚ ਪਿਓ ਬੈਠਾ, ਉਹ ਇਹ ਸਮਝ ਲਓ ਵੀ ਰੱਬ ਉਹਦੇ ਘਰ ਦੇ ਵਿੱਚ ਬੈਠਾ। ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਪੂਰਨ ਮਹਾਂਪੁਰਸ਼, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਉਹਨਾਂ ਤੋਂ ਵਰੋਸਾ ਹੋਏ, ਅਤੇ ਮੌਜੂਦਾ ਮਹਾਂਪੁਰਸ਼ ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ ਸਮਾਧ ਭਾਈ ਵਾਲੇ, ਜਿਨ੍ਹਾਂ ਦੇ ਸਥਾਨ ਤੋਂ ਦਾਸ ਨੂੰ ਹੀ ਵਿੱਦਿਆ ਮਿਲੀ ਹੈ। ਮੈਂ ਨਾਲ ਹੀ ਬੇਨਤੀ ਕਰ ਦਿੰਦਾ ਹੁੰਦਾ ਹਰ ਜਗ੍ਹਾ ਤੇ ਕਿ ਭਾਈ ਮੈਨੂੰ ਪੜ੍ਹਨਾ ਨਹੀਂ ਕੁਛ ਹੁੰਦਾ, ਇੱਕ ਅੱਖ ਤੋਂ ਦੀਦਾ ਮੈਨੂੰ, ਇੱਕ ਤੋਂ ਨਹੀਂ ਦੀਦਾ। ਤੇ ਮੈਂ ਨਾਲ ਦੇ ਵੀਰ ਤੋਂ ਪੰਕਤੀਆਂ ਪੜ੍ਹਾਉਂਦਾ। ਜਿੰਨਾ ਕੁਛ ਵੀ ਮੈਂ ਆਪ ਸੰਗਤ ਦੇ ਜੋੜੇ ਝਾੜਨਾ ਸੇਵਾ ਕਰਦਾ, ਸਾਰਾ ਸੁਣ ਕੇ ਜਿੰਦੇ ਵਰਗਾ ਨੂੰ ਤਾਂ ਪਤਾ ਹੈ। ਨਾ ਮੈਂ ਕਦੇ ਬਾਬਾ ਬਣ ਕੇ ਕੀਰਤਨ ਕੀਤਾ, ਨਾ ਵੀ ਮੈਂ ਕਥਾਵਾਚਕ ਕਰਕੇ ਕੀਤਾ ਹੈ। ਬਸ ਇੱਕ ਸੰਗਤਾਂ ਦੇ ਜੋੜੇ ਝਾੜਨ ਵਾਸਤੇ ਸੰਗਤਾਂ ਦਾ ਕੂਕਰ ਬਣ ਕੇ ਕੀਰਤਨ ਕੀਤਾ। ਤੇ ਕਿਰਪਾ ਬਾਬਾ ਗੁਰਦੇਵ ਸਿੰਘ ਜੀ ਦੀ ਸਮਾਧ ਭਾਈ ਨੇ, ਉਹਨਾਂ ਦਾ ਇੱਕ ਹੀ ਵਚਨ ਹੈ ਭਾਈ, ਬਾਬਾ ਨਾਨਕ ਸਿੰਘ ਜੀ ਤੋਂ ਲੈ ਕੇ ਬਾਬਾ ਗੁਰਦੇਵ ਸਿੰਘ ਜੀ ਤੱਕ, ਮੌਜੂਦਾ ਮਾਲਕਾਂ ਤੱਕ ਜਿਹੜਾ ਵੀ ਆਉਂਦਾ ਉਹਨੂੰ ਕਹਿੰਦੇ ਭਾਈ, ਜੇ ਤੇਰੇ ਘਰ ਦੇ ਵਿੱਚ ਮਾਂ ਪਿਓ ਹੈਗਾ ਨਾ, ਤੂੰ ਭਾਵੇਂ ਗੁਰਦੁਆਰੇ ਆ ਤੇ ਭਾਵੇਂ ਨਾ ਆ, ਤੂੰ ਮਾਂ ਪਿਓ ਦੀ ਸੇਵਾ ਕਰ। ਕਿਉਂ? ਸਾਡੀ ਬਾਣੀ ਕਹਿੰਦੀ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਤੀਜੇ ਨੰਬਰ ਤੇ ਰੱਬ ਨੇ ਆਪ ਦਾ ਦਰਜਾ ਦਿੱਤਾ ਹੈ। ਅੱਛਾ, ਉੱਥੇ ਲੋਕ ਦਿੱਤੀਆਂ। ਘਰ ਦੇ ਵਿੱਚ ਪਿਓ ਬੈਠਾ ਹੈ, ਬਾਪੂ ਬੈਠਾ ਹੈ, ਉਹਦਾ ਬਜ਼ੁਰਗ ਦਾਦਾ, ਪਿਓ ਬੈਠਾ ਹੈ, ਦਾਦਾ ਵੀ ਬੈਠਾ, ਦਾਦੀ ਵੀ ਬੈਠੀ ਹੈ। ਬੜਾ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਘਰ ਹੈ, ਜਿਹੜੇ ਆਪਣੇ ਪੁੱਤਰ ਤੋਂ ਇੱਕ ਮਿੰਟ ਵੀ ਪਾਸੇ ਨਹੀਂ ਹੁੰਦੇ ਸੀ। ਤੇ ਇੱਕ ਦਿਨ ਇਹੋ ਜਿਹਾ ਸਮਾਂ ਆਇਆ, ਹੌਲੀ ਹੌਲੀ ਪਿਤਾ ਚੜ੍ਹਾਈ ਕਰ ਗਿਆ, ਮਾਂ ਵੀ ਚੜ੍ਹਾਈ ਕਰ ਗਈ, ਦਾਦੀ ਵੀ ਚੜ੍ਹਾਈ ਕਰ ਗਈ, ਰਹਿ ਗਿਆ ਦਾਦਾ ਕਰਨਾ। ਉਹਨੇ ਆਪਣੇ ਪੁੱਤਰ ਨੂੰ ਜਦੋਂ ਵਿਆਹਿਆ, ਸਭ ਕੁਝ ਕੀਤਾ। ਮਾਇਆ ਕੀ ਆ? ਇਸਤਰੀ ਵੀ ਮਾਇਆ, ਘਰ ਵਾਲੀ ਮਾਇਆ ਭਾਈ ਨਹੀਂ ਦਿਓ। ਜੇ ਤੁਸੀਂ ਆਪਦੇ ਘਰ ਵਾਲੇ ਨੂੰ ਆਪਦੇ ਮਗਰ ਲਾਉਣੀ ਹੈ ਨਾ, ਮਾਂ ਬਾਪ ਦੀ ਸੇਵਾ ਨਹੀਂ ਕਰਨੀ ਕਿ ਐਂ ਕਰਨਾ, ਚਲੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕੱਲੀਆਂ ਬੀਬੀਆਂ ਨੂੰ ਨਹੀਂ ਮੈਂ ਕਹਿੰਦਾ, ਜੇ ਆਪ ਕੋਈ ਘਰ ਵਾਲਾ ਵੀ ਕਹਿੰਦਾ, ਭਾਈ ਵੀਰ ਵੀ ਕਹਿੰਦਾ ਭਰਾ ਕੋਈ ਵੀ ਤੂੰ ਮਾਂ ਬਾਪ ਦੀ ਸੇਵਾ ਨਹੀਂ ਕਰਨੀ, ਜਾਂ ਤੇਰੇ ਮਾਂ ਬਾਪ ਜਾਂ ਮੇਰੇ ਨਹੀਂ, ਉਹ ਇਹ ਕਵੇ ਰੱਬ ਹੈ। ਤੇਰੇ ਮਾਂ ਪਿਓ ਮੇਰੇ ਵਾਸਤੇ ਰੱਬ ਹੈ, ਮੇਰੇ ਮਾਂ ਪਿਓ ਤੇਰੇ ਵਾਸਤੇ ਰੱਬ ਹੈ। ਇਹ ਕਹਿਣਾ ਚਾਹੀਦਾ। ਹੁਣ ਕੱਲੀਆਂ ਬੀਬੀਆਂ ਨੂੰ ਨਹੀਂ ਮੈਂ ਕਹਿੰਦਾ, ਬਾਅਦ ਵਿੱਚ ਬੀਬੀਆਂ ਗੁੱਸਾ ਕਰੀ ਜਾਣੀ, ਬਾਬਾ ਸਾਨੂੰ ਕਹੀ ਜਾਂਦੇ ਨਹੀਂ ਭਾਈ, ਇਹ ਸਾਰਿਆਂ ਵਾਸਤੇ ਹੀ ਹੈ। ਕਿਉਂਕਿ ਮੋਹ ਚੀਜ਼ ਹੀ ਇਹੋ ਜਿਹੀ ਆ, ਮਗਰ ਲੱਗ ਜਾਂਦਾ ਬੰਦਾ। ਤੇ ਕਈ ਵਾਰੀ ਮਾਫ ਕਰਿਓ, ਸੱਸ ਵੀ ਨਹੀਂ ਹੁੰਦੀ ਸੇਵਾ ਕਰਵਾਉਣ ਵਾਲੀ। ਕਈ ਵਾਰੀ ਸੱਸ ਵੀ ਮਾਂ ਨਹੀਂ ਬਣਨ ਵਾਲੀ ਹੁੰਦੀ। ਹੁਣ ਇਹ ਨਾ ਸੋਚੋ ਕਿ ਨਵੀਆਂ ਬੀਬੀਆਂ ਨੂੰ ਕਹੀ ਜਾਂਦਾ ਮੈਂ, ਕਈ ਵਾਰੀ ਸੱਸ ਕੋਲੇ ਵੀ ਨਹੀਂ ਸੇਵਾ ਕਰਾਉਣ ਵਾਲੀ ਹੁੰਦੀ, ਮਰਦ ਨਹੀਂ ਹੁੰਦੀ ਤੇ ਕੀ ਹੁੰਦੀ। ਇਹ ਗੱਲ ਦਾ ਧਿਆਨ ਰੱਖੋ, ਕਿਉਂਕਿ ਦੋਨੇ ਮਿਲ ਜੁਲ ਕੇ ਰਹਿਣ ਫੇਰ ਹੀ ਸਾਥ ਬਣਦਾ। ਚਲੋ ਇਸ ਪਾਸੇ ਨਾ ਕਰੀਏ। ਉਹ ਕਹਿੰਦੇ ਨਾ, ਉਹ ਜਿਹੜਾ ਬਾਪੂ ਸੀ ਉਹਦਾ, ਉਹ ਵਿਚਾਰਾ ਬਿਮਾਰ ਹੋ ਗਿਆ, ਬਜ਼ੁਰਗ ਹੋ ਗਿਆ, ਸਰੀਰ ਉੱਠਿਆ ਨਹੀਂ ਜਾਂਦਾ, ਤੁਰਿਆ ਫਿਰਿਆ ਨਹੀਂ ਜਾਂਦਾ, ਜਿਵੇਂ ਬਜ਼ੁਰਗਾਂ ਦਾ ਹਾਲਤ ਹੋ ਜਾਂਦੀ ਹੈ। ਖੰਘ ਜ਼ੁਕਾਮ ਲੱਗ ਗਿਆ, ਤੇ ਉਹਦੇ ਬੰਦੇ ਦੇ ਘਰ ਵਾਲੀ ਕਹਿੰਦੀ ਨਾ, ਕਹਿੰਦੀ ਜੀ ਬਾਪੂ ਸਾਰੀ ਦਿਹਾੜੀ ਖੰਘਦਾ ਰਹਿੰਦਾ ਹੈ, ਕਿਉਂ ਨਾ ਇਹਨੂੰ ਕਿਤੇ ਬਾਹਰ ਛੱਡੇ। ਦੇਖੋ ਇੱਥੇ ਆ ਕੇ ਕੰਮ ਕਰਦਾ ਹੈ। ਹੁਣ ਜਿਹੜੇ ਦਾਦੇ ਨੇ ਉਸ ਨੂੰ ਸਾਂਭਿਆ ਸੀ, ਪਾਲਿਆ ਸੀ, ਮਾਂ ਬਾਪ ਤੋਂ ਚੜ੍ਹਾਈ ਕਰਨ ਤੋਂ ਬਾਅਦ ਵਿਆਹ ਕੀਤਾ ਸੀ ਉਹਦਾ, ਅੱਜ ਉਹਦੇ ਘਰ ਵਾਲੀ ਆ ਕੇ ਕਹਿੰਦੀ ਆ ਜੀ ਤੁਸੀਂ ਇਉਂ ਕਰੋ, ਬਾਪੂ ਸਾਰਾ ਦਿਨ ਖੰਘਦਾ ਰਹਿੰਦਾ ਹੈ, ਜੇ ਇਹਨੂੰ ਕੋਈ ਚੀਜ਼ ਦਿੰਦੇ ਇਹਨੂੰ ਪਸੰਦ ਨਹੀਂ ਆਉਂਦੀ, ਇਉਂ ਕਰੋ ਇਹਨੂੰ ਕਿਤੇ ਬਾਹਰ ਛੱਡੇ। ਉਹਨਾਂ ਸਮਿਆਂ ਦੇ ਵਿੱਚ ਬਿਰਧ ਆਸ਼ਰਮ ਨਹੀਂ ਹੁੰਦੇ ਸੀ। ਹੁਣ ਤਾਂ ਚਲੋ ਬਿਰਧ ਆਸ਼ਰਮ ਖੁੱਲ੍ਹ ਗਏ। ਇੱਕ ਗੱਲੋਂ ਇਹਨਾਂ ਦਾ ਫਾਇਦਾ ਵੀ ਹੋ ਗਿਆ, ਇੱਕ ਗੱਲੋਂ ਇਹਨਾਂ ਦਾ ਨੁਕਸਾਨ ਵੀ ਬਹੁਤ। ਕਿਉਂ? ਜਿੰਨਾ ਵੀ ਕੋਈ ਤਕੜਾ ਬੰਦਾ ਹਰ ਇੱਕ ਕਹਿੰਦਾ ਮੇਰੇ ਘਰ ਦੇ ਵਿੱਚ ਮਾਂ ਬਾਪ ਬੈਠੇ ਨੇ, ਕਿਉਂ ਉਹਨਾਂ ਦਾ ਬਿਰਧ ਆਸ਼ਰਮ ਛੱਡਿਆ, ਉੱਥੇ ਸੇਵਾ ਦੇ ਦੂੰਗਾ ਨਾ ਭਾਈ। ਕਿਉਂ ਬਿਰਧ ਆਸ਼ਰਮ ਛੱਡਿਆ ਵੇ? ਜੋ ਤੈਨੂੰ ਜੰਮਿਆ ਸੀ, ਜੇ ਤੈਨੂੰ ਜੰਮ ਕੇ ਤੇਰੀ ਮਾਂ ਸੜਕ ਦੀ ਤਰ੍ਹਾਂ ਪਿਓ ਸੜਕ ਵੀ ਆਪੇ ਪੜੀ ਜਾਓ, ਅਨਾਥ ਆਸ਼ਰਮ 'ਚ ਦੇ ਜੀ ਇਹਨੂੰ, ਫਿਰ ਕੀ ਬਣਦਾ? ਉਸ ਸਮੇਂ ਕਹਿੰਦੀ ਜੀ ਆਪਣੇ ਬਾਪੂ ਖੰਘਦੇ ਰਹਿੰਦੇ ਆ, ਜੇ ਇਹਨਾਂ ਨੂੰ ਮੰਜਾ ਕਹਿੰਦੇ ਇਹਨਾਂ ਨੂੰ ਮੰਜਾ ਨਹੀਂ ਪਸੰਦ ਆਉਂਦਾ, ਜੇ ਇਹਨਾਂ ਨੂੰ ਰੋਟੀ ਦਿੰਦੇ ਆ ਰੋਟੀ ਤੱਤੀ ਠੰਡੀ ਕਹਿਣ ਲੱਗ ਜਾਂਦੇ। ਹੁਣ ਬਜ਼ੁਰਗਾਂ ਦੀ ਹਾਲਤ ਹੀ ਇਹੋ ਜਿਹੀ ਹੋ ਜਾਂਦੀ ਹੈ। ਕਹਿੰਦੀ ਇਉਂ ਕਰੋ ਤੁਸੀਂ ਇਹਨਾਂ ਨੂੰ ਕਿਤੇ ਘਰ ਤੋਂ ਬਾਹਰ ਛੱਡਿਆ। ਉਹ ਮੂਰਖ ਬੰਦਾ ਮਗਰ ਲੱਗ, ਉਹ ਜਦੋਂ ਮਗਰ ਲੱਗ ਗਿਆ ਨਾ, ਕਹਿੰਦੇ ਉਹ ਮੂਰਖ ਬੰਦਾ ਜਦੋਂ ਆਪਦੇ ਘਰ ਵਾਲੀ ਦੇ ਮਗਰ ਲੱਗ ਕੇ ਉਹਨੇ ਕਹਿੰਦੇ ਆਪਣੇ ਬਾਪੂ ਨੂੰ ਮੋਢਿਆਂ ਤੇ ਚੁੱਕਿਆ,
ਹੁਣ ਕਈ ਬੰਦੇ ਕਹਿੰਦੇ ਨੇ ਬੜਾ ਵਧੀਆ ਬਈ ਫਲਾਣਾ ਸਿੰਘ ਆਪਣੇ ਬਾਪੂ ਨੂੰ ਕਿਤੇ ਯਾਤਰਾ ਤੇ ਲੈ ਕੇ ਜਾਂਦਾ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਹੁਣ ਪਿੰਡ ਵਾਲਿਆਂ ਨੂੰ ਪਤਾ ਹੀ ਹੁੰਦਾ ਕਿ ਕਿਤੇ ਤਕੜੇ ਆ, ਜਾਂ ਕਹਿੰਦੇ ਕਿ ਬਾਪੂ ਨੇ ਚੰਗੇ ਕੰਮ ਕੀਤੇ ਜਾਂ ਪੁੱਤਰ ਨੇ ਕੀਤੇ ਆ। ਪਿੰਡ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੁੰਦਾ। ਉਹ ਮੋਢਿਆਂ ਤੇ ਚੱਕ ਕੇ ਆਪਣੇ ਬਾਪੂ ਨੂੰ ਲਈ ਜਾਂਦਾ ਤੇ ਦਰਿਆ ਦੇ ਕਿਨਾਰੇ ਤੇ ਲੈ ਗਿਆ। ਸੁਣਿਓ, ਜਦੋਂ ਦਰਿਆ ਦੇ ਕਿਨਾਰੇ ਤੇ ਲੈ ਗਿਆ ਨਾ, ਦਰਿਆ ਦੇ ਕੰਢੇ ਤੇ ਬਾਪੂ ਪੁੱਛਦਾ, ਪੁੱਤਰਾ ਤੂੰ ਬੜਾ ਵਧੀਆ ਕੀਤਾ, ਮੈਨੂੰ ਮੋਢਿਆਂ ਤੇ ਚੱਕ ਕੇ ਲਿਆਇਆ ਇੱਥੇ, ਤਾਂ ਤੂੰ ਮੈਨੂੰ ਕਾਹਦੇ ਵਾਸਤੇ ਲੈ ਕੇ ਆਇਆ ਇੱਥੇ? ਕਹਿੰਦਾ ਬਾਪੂ ਤੈਨੂੰ ਮੈਂ ਦਰਿਆ ਦੇ ਵਿੱਚ ਸਿੱਟਣ ਵਾਸਤੇ ਲੈ ਕੇ ਆਇਆ, ਡੁੱਬ ਸਿੱਟਣ ਵਾਸਤੇ। ਕਹਿੰਦਾ ਕਿਉਂ ਪੁੱਤਰਾ, ਮੈਂ ਕੀ ਮਾੜਾ ਕਰਤਾ? ਬਾਪੂ ਤੈਨੂੰ ਘਰੇ ਰੋਟੀ ਦਿੰਦੇ ਆ, ਤੂੰ ਕਹਿੰਦਾ ਮੈਨੂੰ ਰੋਟੀ ਪਸੰਦ ਨਹੀਂ, ਸਾਰਾ ਦਿਨ ਸਾਡੇ ਕੰਨ ਖਾਈ ਜਾਂਦਾ, ਰਾਤ ਨੂੰ ਲੰਘਦਾ ਰਹਿੰਦਾ, ਸਾਨੂੰ ਸੌਣ ਨਹੀਂ ਦਿੰਦਾ, ਤੈਨੂੰ ਤਾਂ ਕਰਕੇ ਸਿੱਟਣ ਆਇਆ ਬਾਪੂ। ਦੇਖੋ ਕਿੱਦਾਂ ਦਾ ਸਮਾਂ ਬਣ ਗਿਆ ਸਾਡਾ। ਉਹ ਬਾਪੂ ਕਹਿੰਦਾ ਪੁੱਤਰਾ ਮੇਰੇ ਨਾਲ ਇੱਦਾਂ ਕਿਉਂ ਕਰਦਾ? ਪੁੱਤਰਾ ਉਮਰ ਹੀ ਇਹੋ ਜਿਹੀ ਹੁੰਦੀ ਆ, ਹੁਣ ਬਜ਼ੁਰਗ ਆਪਾਂ ਨੂੰ ਕਹਿੰਦੇ ਹੀ ਆ, ਪੁੱਤਰਾ ਇਹ ਉਮਰ ਹੀ ਇਹੋ ਜਿਹੀ ਆ, ਮੇਰੇ ਵੱਸ ਦਾ ਰੋਗ ਨਹੀਂ, ਤੂੰ ਕਿਉਂ ਸਿੱਟਦਾ ਮੈਨੂੰ? ਕਹਿੰਦਾ ਨਹੀਂ ਬਾਪੂ ਅੱਜ ਮੈਂ ਤੈਨੂੰ ਸਿੱਟ ਕੇ ਹੀ ਜਾਣਾ। ਦੇਖੋ ਕੋਈ ਪਿਆਰ ਵਾਲਾ ਕਹਿੰਦਾ ਕਹਿੰਦੇ ਸਾਨੂੰ ਉਹ ਬਜ਼ੁਰਗ ਕਹਿੰਦਾ ਪੁੱਤਰਾ ਚੰਗਾ ਪਰ ਮੈਨੂੰ ਇੱਥੇ ਨਾ ਸੈੱਟ। ਉਹਦਾ ਪੁੱਤਰਾ ਪਤਾ ਕੀ ਬੋਲਿਆ? ਕਹਿੰਦਾ ਬਾਪੂ ਤੈਨੂੰ ਹੁਣ ਮਰਨ ਵਾਸਤੇ ਜਗ੍ਹਾ ਵੀ ਨਹੀਂ ਪਸੰਦ? ਕਹਿੰਦਾ ਨਹੀਂ ਪੁੱਤਰਾ ਮੈਨੂੰ ਮਰਨ ਵਾਸਤੇ ਜਗ੍ਹਾ ਨਹੀਂ ਪਸੰਦ, ਮੈਨੂੰ ਜਗ੍ਹਾ ਤਾਂ ਪਸੰਦ ਹੈ। ਓਏ ਤੂੰ ਇਉਂ ਕਰ, ਤੂੰ ਮੈਨੂੰ ਥੋੜਾ ਜਿਹਾ ਗਾਂਹ ਸਿੱਟ। ਕਹਿੰਦੇ ਕਿਉਂ? ਕਹਿੰਦਾ ਇੱਥੇ ਤਾਂ ਮੈਂ ਆਪਦੇ ਪਿਓ ਨੂੰ ਸਿੱਟਿਆ ਸੀ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਓਏ ਇੱਥੇ ਤਾਂ ਮੈਂ ਆਪਦੇ ਪਿਓ ਨੂੰ ਸਿੱਟਿਆ ਸੀ, ਉਹਨੂੰ ਸਮਝਾਉਣ ਵਾਸਤੇ ਦੱਸਦਾ ਬਜ਼ੁਰਗ। ਤੂੰ ਮੈਨੂੰ ਇਤੋਂ ਗਾਂਹ ਕਰਕੇ ਸਿੱਟ ਤਾਂ ਕਿ ਜਿਹੜੇ ਤੇਰੇ ਬੱਚੇ ਹੋਣਗੇ ਉਹ ਤੈਨੂੰ ਉਦੋਂ ਵੀ ਗਾਂਹ ਸਿੱਟਣ। ਕਰਮੀ ਆਪੋ ਆਪਣੀ, ਆਪਣੇ ਕਰਮਾਂ ਦਾ ਫਲ ਆਪਾਂ ਨੂੰ ਮਿਲਣਾ ਹੈ ਪਿਆਰੇ। ਤਾਈਓ ਦਾ ਸੰਤਾਂ ਨੇ ਕਹਿਣਾ ਉਹ ਜੈਸਾ ਬੀਜੇਗਾ ਵੱਢੇਗਾ ਮਨਾ ਮੇਰੇ। ਹੁਣ ਸਾਰਿਆਂ ਨੇ ਝੋਨਾ ਲਾਇਆ ਨਾ, ਜੇ ਹੁਣ ਆਪਾਂ ਕਹੀਏ ਲਾਇਆ ਝੋਨਾ ਤੇ ਬਣ ਜੇ ਕਣਕ ਨਹੀਂ ਬਣਨੀ। ਜੇ ਝੋਨਾ ਲਾਇਆ ਤਾਂ ਝੋਨਾ ਹੀ ਵੱਢਣਾ ਪੈਣਾ, ਜੇ ਕਣਕ ਬੀਜਾਂਗੇ ਤਾਂ ਕਣਕ ਹੀ ਬੀਜਣੀ ਵੱਢਣੀ ਪੈਣੀ ਹੈ। ਜੈਸਾ ਬੀਜੇਗਾ, ਮੈਨੂੰ ਕਿਤੇ ਨੇ ਕਿਹਾ ਸੀ ਕਹਿੰਦੇ ਬਾਬਾ ਧਾਰ ਲਾ ਦੂੰਗਾ ਕੋਈ ਗੱਲ ਨਹੀਂ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਹੈ, ਜਿੱਦਾਂ ਸਮਝ ਸਕਦਾ ਵੀ ਉਦਾਂ ਹੀ ਸਮਝਾਉਣਾ ਚਾਹੀਦਾ। ਜੈਸਾ ਬੀਜੇਗਾ ਵੱਢੇਗਾ ਮਨਾ ਮੇਰੇ, ਫਲ ਤੇਰੇ ਕਰਮਾਂ ਦਾ। ਜੈਸਾ ਬੀਜੇਗਾ ਵੱਢੇਗਾ ਮਨਾ ਮੇਰੇ, ਫਲ ਤੇਰੇ ਕਰਮਾਂ ਦਾ। ਜੈਸਾ ਬੀਜੇਗਾ ਵੱਢੇਗਾ ਮਨਾ ਮੇਰੇ, ਫਲ ਤੇਰੇ ਕਰਮਾਂ ਦਾ। ਜੈਸਾ
ਕਰਮਾਂ ਦਾ। ਜੈਸਾ ਬੀਜੇਗਾ ਵੱਢੇਗਾ ਮਨ ਮੇਰਿਆ ਫਲ ਕੇ ਕਰਮਾਂ। ਜੈਸਾ ਬੀਜੇਗਾ ਵੱਢੇਗਾ ਮਨ ਮੇਰਿਆ ਫਲ ਕੇ ਕਰਮਾਂ ਦਾ। ਜਿਹੋ ਜਿਹਾ ਅਸੀਂ ਬੀਜਾਂਗੇ ਪਿਆਰਿਓ, ਉਹੋ ਜਿਹਾ ਸਾਨੂੰ ਵੱਢਣਾ ਪੈਣਾ। ਜੇ ਇੱਥੇ ਅਸੀਂ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਚੰਗੇ ਮਿਲਣਗੇ। ਹੁਕਮ ਹੋ ਗਿਆ, ਕਹਿੰਦੇ ਪੌਣੇ 1 ਵਜੇ ਨਮਸਤੇ ਪੜ੍ਹਨਾ। ਕੋਈ ਗੱਲ ਨਹੀਂ ਭਾਈ, ਮੈਨੂੰ ਥੋੜਾ ਜਿਹਾ ਟਾਈਮ ਦੇਖਣ ਦੀ ਪ੍ਰੋਬਲਮ ਪੈਂਦੀ ਹੈ, ਨਿਗਾਹ ਘੱਟ ਕਰਕੇ ਮੈਂ ਨਾਲ ਦੇ ਮੁੰਡੇ ਨੂੰ ਦੱਸ ਦਿੰਦਾ ਵੀ ਉਸ ਟਾਈਮ ਤੇ ਮੈਨੂੰ ਦੱਸ ਦਿਓ। ਅੱਛਾ ਉੱਥੇ ਜਾਓ ਬਿਲਕੁਲ। ਹਾਂਜੀ ਪੌਣੇ 1 ਵਜੇ। ਜੈਸਾ ਅਸੀਂ ਬੀਜਾਂਗੇ ਉਹੋ ਜਿਹਾ ਵੱਢਣਾ ਪੈਣਾ। ਜੇ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਚੰਗਾ ਮਿਲਣਾ, ਲੋਕਾਂ ਨੇ ਚੰਗਾ ਕਹਿਣਾ। ਜੇ ਮਾੜੇ ਕੰਮ ਕਰਾਂਗੇ, ਹੁਣ ਤੁਸੀਂ ਆ ਦੇਖ ਲਓ ਕਿਹੋ ਜਿਹਾ ਦੌਰ ਚੱਲਦਾ, ਨਸ਼ੇ ਪੱਤਿਆਂ ਦੇ ਵਿੱਚ ਕਿੰਨੇ ਲੋਕ ਮਰਦੇ ਆ। ਕੋਈ ਚੋਰੀਆਂ ਕਰਦਾ ਨਸ਼ਿਆਂ ਦੇ ਪਿੱਛੇ, ਕੋਈ ਆਪਣੇ ਮਾਂ-ਬਾਪ ਨੂੰ ਕੁੱਟਦਾ ਮਾਰਦਾ, ਹੁਣ ਉਹਨੂੰ ਤਾਂ ਅਗਲਾ ਮਾੜਾ ਹੀ ਕਹੂਗਾ। ਜਿਹੜਾ ਇੱਥੇ ਗੁਰੂ ਘਰ ਆ ਕੇ 4 ਵਜੇ ਜਾਂ 5 ਵਜੇ 6 ਵਜੇ ਸੇਵਾ ਕਰਦਾ ਬੱਚਾ, ਭਾਵੇਂ ਉਹ ਮੁੰਡਾ ਹੈ ਭਾਵੇਂ ਉਹ ਬਜ਼ੁਰਗ ਹੈ, ਉਹਨੂੰ ਅਗਲਾ ਸਾਰੇ ਕਹਿੰਦਾ ਵੀ ਹਾਂ ਭਾਈ। ਜਿਹੜੀ ਬੀਬੀ ਆ ਕੇ ਸੇਵਾ ਕਰਦੀ ਹੈ, ਝਾੜੂ ਲਾਉਂਦੀ ਹੈ, ਉਹਨੂੰ ਸਾਰੇ ਕਹਿੰਦੇ ਇਹ ਤਾਂ ਬਹੁਤ ਚੰਗੀ ਹੈ, ਇਹ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਦੀ ਹੈ। ਇਹੀ ਹੁੰਦਾ ਚੰਗਾ ਮਾੜਾ, ਹੋਰ ਕੋਈ ਹੁੰਦਾ। ਤੇ ਜਿਹੋ ਜਿਹਾ ਅਸੀਂ ਪਿਆਰੋ ਬੀਜਾਂਗੇ ਉਹ ਸਾਨੂੰ ਵੱਢਣਾ ਦਾ ਪੈਣਾ। ਤੇ ਉਹਨੇ ਆਪਦੇ ਜਿਹੜਾ ਦਾਦਾ ਸੀ ਨਾ, ਉਹਦਾ ਦਾਦਾ ਕਹਿੰਦਾ ਤੂੰ ਮੈਨੂੰ ਇਦੋਂ ਗਾਂਹ ਸਿੱਟ, ਮੈਂ ਇੱਥੇ ਆਪਦੇ ਪਿਓ ਨੂੰ ਸਿੱਟਿਆ ਸੀ ਤਾਂ ਕਿ ਤੇਰੇ ਬੱਚੇ ਤੈਨੂੰ ਇਦੋਂ ਵੀ ਗਾਂਹ ਸਿੱਟਣ। ਫਿਰ ਉਸ ਬੰਦੇ ਦੇ ਦਿਮਾਗ ਵਿੱਚ ਆਈ ਕਹਿੰਦਾ ਹੈ ਮੇਰੇ ਬੱਚੇ ਮੈਨੂੰ ਇਦਾਂ ਦੀ ਗਾਂਹ ਸਿੱਟਣ ਇਦੋਂ ਵੀ। ਫਿਰ ਜਦੋਂ ਆਪਦੇ ਤੇ ਪੈਂਦੀ ਹੈ ਨਾ, ਕਹਿੰਦੇ ਜਿਸ ਤਰ੍ਹਾਂ ਲੱਗੀਆਂ ਸੋਈ ਜਾਣੇ ਔਰ ਨਾ ਜਾਣਾ ਪੀੜ ਪਰਾਈਆ। ਕਹਿੰਦੇ ਪਰਾਈ ਦੀ ਪੀੜ ਕਿਸੇ ਨੂੰ ਨਹੀਂ ਪਤਾ ਲੱਗਦਾ, ਜਿਹਦੇ ਤੇ ਆਪਦੇ ਤੇ ਬਣੀ ਹੋਵੇ ਉਹਨੂੰ ਹੀ ਪਤਾ ਹੁੰਦਾ ਹੈ। ਉਹ ਜਦੋਂ ਉਹਨੂੰ ਪਤਾ ਲੱਗਾ ਵੀ ਹਾਂ ਮੇਰੇ ਬੱਚੇ ਮੈਨੂੰ ਸਿੱਟਣਗੇ ਦੁੱਗਾ, ਫਿਰ ਕਹਿੰਦਾ ਨਹੀਂ ਬਾਪੂ ਮੈਂ ਨਹੀਂ ਤੈਨੂੰ ਸਿੱਟਦਾ, ਮੈਥੋਂ ਹੋ ਗਈ ਸੀ ਗਲਤੀ, ਚੱਲ ਮੈਂ ਘਰੇ ਜਾ ਕੇ ਤੇਰੀ ਸੇਵਾ ਕਰਾਂ। ਕਹਿੰਦੇ ਘਰ ਦੇ ਵਿੱਚ ਲੈ ਆਇਆ ਆਪਣੇ ਬਾਪੂ ਨੂੰ। ਜਦੋਂ ਘਰ ਦੇ ਵਿੱਚ ਲੈ ਆਇਆ, ਘਰ ਵਾਲੀ ਕਹਿੰਦੀ ਤੁਹਾਨੂੰ ਮੈਂ ਕਿਹਾ ਸੀ ਵੀ ਇਹਨੂੰ ਬਾਪੂ ਨੂੰ ਬਾਹਰ ਛੱਡ ਕੇ ਆਇਓ ਕਿਤੇ। ਕਹਿੰਦਾ ਟਿਕ ਕੇ ਬੈਠੀ ਰਹਿ ਭਲੀ ਮਾਨਸੇ, ਤੂੰ ਮੇਰੀ ਅੱਖਾਂ ਤੇ ਪਰਦਾ ਪਾਤਾ ਸੀ। ਮੈਂ ਆਪਣੇ ਬਾਪੂ ਨੂੰ ਇੱਦਾਂ ਨਹੀਂ ਗਵਾਉਣਾ, ਮੈਂ ਆਪਣੇ ਬਾਪੂ ਦੀ ਸੇਵਾ ਕਰਨੀ ਹੈ। ਦੇਖੋ ਹੁਣ ਤੇ ਜਿਹੋ ਜਿਹਾ ਸਾਡੇ ਬੱਚੇ ਦੇਖਣਗੇ, ਅੱਜ ਬਾਹਲਾ ਕੀ ਹੁੰਦਾ ਹੈ, ਬਾਹਲੇ ਲੋਕ ਕੀ ਕਰਦੇ ਆ, ਸ਼ਰਾਬਾਂ ਪੀ ਕੇ ਆਪਣੇ ਘਰ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ, ਆਪਣੀਆਂ ਧੀਆਂ ਨੂੰ, ਆਪਣੇ ਘਰ ਵਾਲੀ ਨੂੰ ਗਾਲਾਂ ਕੱਢੀ ਜਾਂਦੇ। ਉਹਨਾਂ ਦੇ ਬੱਚੇ ਫਿਰ ਉਹਨਾਂ ਨੂੰ ਕੀ ਸਿੱਖਦੇ ਆ? ਉਹਨਾਂ ਦੇ ਬੱਚੇ ਉਹਨਾਂ ਤੋਂ ਗਾਲਾਂ ਹੀ ਸਿੱਖਦੇ। ਪਰ ਜਿਵੇਂ ਸਾਡਾ ਪਿਓ ਕਰਦਾ ਸੀ, ਅਸੀਂ ਉਵੇਂ ਕਰਦਾ। ਤੇ ਜਿਹੜਾ ਬੰਦਾ ਸੁਬਾਹ ਆਪ ਮਾਂ ਬੈਠੀ ਹੈ ਗੁਟਕਾ ਲੈ ਕੇ, ਉਹ ਆਪਣੀ ਧੀ ਨੂੰ ਵੀ ਕਵੇ, ਆਪਣੇ ਪੁੱਤ ਨੂੰ ਵੀ ਕਵੇ ਚਲੋ ਬੱਚਿਓ ਸੁਬਾਹ ਹੋ ਗਈ, ਪੁੱਤ ਉੱਠ ਕੇ ਨਹਾਓ ਤੇ ਆਪਾਂ ਪਾਠ ਕਰਨਾ, ਪਾਠ ਕਰਕੇ ਗੁਰੂ ਘਰ ਜਾਣਾ। ਤੇ ਹੁਣ ਉਹ ਬੱਚੇ ਉਹੋ ਹੀ ਸਿੱਖਿਆ ਲੈਣਗੇ ਜਿਹੜੀ ਮਾਂ, ਜਿਹੜਾ ਪਿਓ ਗਾਲਾਂ ਕੱਢਦਾ ਉਹ ਤੋਂ ਗਾਲਾਂ ਨਹੀਂ ਸਿੱਖਿਆ। ਤੇ ਪਿਆਰਿਓ ਨੇ ਆਪਣੇ ਘਰ ਦੇ ਵਿੱਚ ਲਿਆ ਕੇ ਬਾਪੂ ਦੀ ਸੇਵਾ ਕੀਤੀ। ਕਹਿੰਦਾ ਮੇਰੇ ਤੇ ਵੀ ਹਾਲਾਤ ਬਣਨੇ। ਅੱਜ ਸਾਡੇ ਸਮਾਜ ਦਾ ਕੰਮ ਹੀ ਇਹ ਬਣ ਗਿਆ ਜੀ। ਸਾਰੇ ਵੈਸੇ ਇੱਕੋ ਜਿਹੇ ਨਹੀਂ, ਬੜੇ ਵਧੀਆ ਸਾਂਭਦੇ ਮਾਂ ਬਾਪ ਨੂੰ, ਤੇ ਪਰ ਕਈ ਆਪਾਂ ਨੂੰ ਦੇਖਣ ਨੂੰ ਮਿਲਦਾ ਸੋਸ਼ਲ ਮੀਡੀਆ ਤੇ, ਆ ਫੇਸਬੁੱਕ ਵਗੈਰਾ ਚਲਾ ਲਓ, ਕਿਵੇਂ ਮਾਂ ਪਿਓ ਦਾ ਧੱਕੇ ਮਾਰ ਕੇ ਕੱਢਿਆ ਜਾਂਦਾ ਮਾਂ ਪਿਓ ਸਿਰਫ ਨਸ਼ਿਆਂ ਕਰਕੇ। ਇਹ ਸਾਡੇ ਤੇ ਮਾਇਆ ਇਹੀ ਹੈ, ਜਿਹੜਾ ਅਸੀਂ ਆਪਣੇ ਮਾਂ ਪਿਓ ਨੂੰ ਭੁੱਲ ਕੇ, ਰੱਬ ਨੂੰ ਭੁੱਲ ਕੇ, ਕਸ ਦੇ ਵਿੱਚ ਉਲਝ ਕੇ, ਇਹੀ ਮਾਇਆ ਅਸਲ ਵਿੱਚ ਦੱਸੀ ਗਈ ਹੈ। ਆਹ ਮਾਇਆ ਤੋਂ ਬਿਨਾਂ ਤਾਂ ਸਾਰਿਆਂ ਦਾ ਸਰਦਾ ਹੀ ਨਹੀਂ, ਸਾਰਿਆਂ ਨੂੰ ਚਾਹੀਦੀ ਹੈ ਮਾਇਆ। ਹੁਣ ਗੱਲ ਸੀ ਸ਼ੁਰੂ ਕਿੱਥੋਂ ਹੋਈ ਸੀ? ਵਿਚਾਰ ਸ਼ੁਰੂ ਹੋਈ ਸੀ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਤਾਂ ਦਰ ਕੇ ਆਵੇ ਕੰਮ। ਹੁਣ ਜੇ ਅਸੀਂ ਚੰਗੇ ਕੰਮ ਕਰਾਂਗੇ ਤਾਂ ਸਾਡੀ ਦਰਗਾਹ ਦੇ ਵਿੱਚ ਸਾਡੇ ਕੋਲ ਚੰਗੇ ਕੰਮ ਆਉਣਗੇ, ਇੱਥੇ ਵੀ ਤੇ ਉੱਥੇ। ਇੱਕ ਨਾ ਰਾਜਾ ਪ੍ਰੀਸ਼ਦ ਹੋਇਆ, ਰਾਜਾ ਪ੍ਰੀਸ਼ਦ ਆਪ ਜੀ ਨੇ ਬਹੁਤ ਸੁਣੀ ਹੋਊਗੀ ਵਿਚਾਰ। ਰਾਜਾ ਪ੍ਰੀਸ਼ਦ ਕਹਿੰਦੇ ਨਾ ਬਹੁਤ ਤਕੜਾ ਰਾਜਾ ਸੀ, ਬੜਾ ਬਲੀ ਸੀ, ਦਾਨੀ ਵੀ ਸੀ। ਪਰ ਕਈ ਵਾਰੀ ਬੰਦਾ ਇਹੋ ਜਿਹਾ ਕੰਮ ਕਰ ਬੈਠਾ ਜਿਹਦੀ ਸਜ਼ਾ ਉਹਨੂੰ ਭੁਗਤਣੀ ਪੈਂਦੀ। ਕਈ ਵਾਰੀ ਅਸੀਂ ਵੀ ਤਾਂ ਇਹੋ ਜਿਹਾ ਕੰਮ ਕਰ ਬੈਠੇ ਆ ਜਿਹਦਾ ਨਤੀਜਾ ਸਾਨੂੰ ਬਾਅਦ ਵਿੱਚ ਆ ਕੇ ਪਤਾ ਲੱਗਦਾ। ਰਾਜਾ ਪ੍ਰੀਸ਼ਦ ਸ਼ਿਕਾਰ ਖੇਡਣ ਵਾਸਤੇ ਜਾਂਦਾ ਜੰਗਲ ਦੇ ਵਿੱਚ। ਰਾਜੇ ਪ੍ਰੀਸ਼ਦ ਨੂੰ ਸ਼ਿਕਾਰ ਦਿਸ ਗਿਆ, ਸ਼ਿਕਾਰ ਦੇ ਮਗਰ ਲੱਗਿਆ,
शिकार थोड़ा जिहा अखां तो ओले हो गया। तुरिया जांदा जंगल दे विच, रस्ते दे विच एक फकीर बैठा है अपनी समाधि दे विच लीन, समाधि लगी हुई है। राजा परीक्षित ਉਹਦੇ ਕੋਲੇ खड़ गया, ਉਹਨੂੰ ਪੁੱਛਦਾ ਕਹਿੰਦਾ ਪੀਰ ਜੀ, बाबा जी मेरा शिकार ਤਾਂ नहीं लंघिਆ। ਹੁਣ ਉਹਨੂੰ ਵਿਚਾਰੇ ਨੂੰ ਫਕੀਰ ਨੂੰ ਕੀ ਪਤਾ, ਫਕੀਰ ਨੂੰ ਜਿਹਦੀ ਸਮਾਧੀ ਲੱਗੀ ਹੋਈ ਹੈ। ਅਸਲ ਵਿੱਚ ਸਮਾਧੀ ਲੱਗਣਾ ਸਹੀ ਉਸੇ ਨੂੰ ਕਹਿੰਦੇ ਆ ਕਿ ਕਿਹਾ ਗਿਆ ਜਿਹੜਾ ਦੁਨੀਆ ਨਾਲੋਂ ਸੁਰਗ ਲੁੱਟ ਜੇ, ਅਕਾਲ ਪੁਰਖ ਨਾਲ ਜੁੜ ਜੇ, ਸਮਾਧੀ ਉਸੇ ਨੂੰ ਕਿਹਾ ਗਿਆ। ਤੇ ਇੱਥੇ ਹੁਣ ਕਈ ਐਵੇਂ ਪਖੰਡ ਕਰਨ ਵਾਸਤੇ ਬਹਿ ਜਾਂਦੇ ਆ ਬਗਲਾ ਸਮਾਧੀ ਲਾ ਕੇ। ਬਗਲੇ ਦੀ ਸਮਾਧੀ ਬਹੁਤ ਵਧੀਆ ਲੱਗੀ ਹੁੰਦੀ ਹੈ, ਇੱਕ ਲੱਤ ਤੇ ਖੜਾ ਹੁੰਦਾ ਪਰ ਉਹਨੂੰ ਭਾਲ ਕਾਹਦੀ ਹੁੰਦੀ ਹੈ, ਉਹਨੂੰ ਭਾਲ ਹੁੰਦੀ ਹੈ ਡੱਡਾਂ ਦੀ ਮੱਛੀਆਂ ਦੀ, ਖਾਣੀਆਂ ਉਹਨੇ ਡੱਡਾਂ ਮੱਛੀਆਂ ਹੁੰਦੀਆਂ। ਤੇ ਅੱਜ ਵੀ ਹੈ ਜਿਹੜੇ ਪਖੰਡ ਕਰਕੇ ਭੇਖ ਧਾਰ ਕੇ ਸਮਾਧੀ ਲਾ ਕੇ ਬਹਿ ਤਾਂ ਜਾਂਦੇ ਆ, ਜਦੋਂ ਕੋਈ 500 ਦਾ ਨੋਟ ਆ ਕੇ ਟੇਕ ਦਿੰਦਾ ਹੈ ਉਦੋਂ ਸਮਾਧੀ ਖੁੱਲ ਜਾਂਦੀ ਹੈ, ਜਦੋਂ ਕੋਈ ਲੀਡਰ ਆ ਜਾਂਦਾ ਉਦੋਂ ਸਮਾਧੀ ਖੁੱਲ ਜਾਂਦੀ ਹੈ। ਕਿਉਂ? ਦੁਨੀਆ ਨੂੰ ਲੁੱਟਣ ਵਾਸਤੇ। ਪਰ ਪਹਿਲਾਂ ਵਾਲੇ ਪੀਰ ਫਕੀਰ ਜਾਂ ਜਿਹੜੇ ਨਾਮ ਨਾਲ ਜੁੜੇ ਆ ਸੰਤ ਮਹਾਰਾਜ, ਉਹ ਨਹੀਂ ਇੱਦਾਂ ਕਰਦੇ। ਉਹ ਫਕੀਰ ਨੂੰ ਪੁੱਛਿਆ, ਫਕੀਰ ਜੀ ਮੇਰਾ ਸ਼ਿਕਾਰ ਤਾਂ ਨਹੀਂ ਦੇਖਿਆ ਤੁਸੀਂ ਜਾਂਦਾ ਇੱਧਰ? ਹੁਣ ਜੇ ਫਕੀਰ ਜੀ ਉੱਥੇ ਹੋਣ ਤਾਂ ਹੀ ਦੱਸਣਗਾ, ਉਹਦਾ ਅਕਾਲ ਪੁਰਖ ਨਾਲ ਲੀਨ ਹੋਏ ਬੈਠੇ ਆ। ਇਹਨੇ ਕੀ ਕੀਤਾ? ਗੁੱਸੇ ਵਿੱਚ ਆਇਆ ਕਿ ਮੈਂ ਰਾਜਾ, ਮੇਰੀ ਫਕੀਰ ਨੇ ਨਹੀਂ ਮੰਨੀ। ਪਰ ਪਿਆਰੋ ਜਿਹੜਾ ਅਸਲੀ ਸਾਧੂ ਮਹਾਂਪੁਰਸ਼ ਨੂੰ ਫਕੀਰ ਮੰਨ ਹੋਊਗਾ, ਉਹਨੂੰ ਰਾਜੇ ਮਹਾਰਾਜੇ, ਉਹਨੂੰ ਗਰੀਬ ਸਭ ਇੱਕੋ ਜਿਹੇ ਹੁੰਦੇ ਆ। ਉਹਨੂੰ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਉਹਨੂੰ ਜਾਤ ਪਾਤ ਦਾ ਕੋਈ ਨਹੀਂ। ਜਿਹੜਾ ਨਾਮ ਨਾਲ ਜੁੜ ਗਿਆ, ਜਿਹੜਾ ਰੱਬ ਨਾਲ ਜੁੜ ਗਿਆ, ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਖੜਾ। ਕਹਿੰਦੇ ਉਹ ਫਕੀਰ ਜੀ ਬੋਲਦੇ ਨਹੀਂ ਤੇ ਕੋਲੇ ਪਿਆ ਸੀ ਸੱਪ ਮਰਿਆ ਹੋਇਆ, ਸੁੱਕਿਆ ਵਾ ਸੱਪ। ਰਾਜੇ ਪਰੀਸ਼ਦ ਨੇ ਆਪਣੇ ਤੀਰ ਦੇ ਨਾਲ ਸੱਪ ਚੱਕਿਆ, ਕਹਿੰਦਾ ਜਾ, ਮੈਂ ਰਾਜਾ ਤੋਂ ਮੇਰਾ ਹੁਕਮ ਨਹੀਂ ਮੰਨਿਆ, ਤੂੰ ਮੇਰਾ ਹੁਕਮ ਨਹੀਂ ਮੰਨਿਆ। ਉਹਨੇ ਚੱਕ ਕੇ ਉਹਦੇ ਨਾਲ ਸੁੱਕਿਆ ਵਾ ਸੀ ਮਰਿਆ ਵਾ ਸੱਪ ਗਲ ਦੇ ਵਿੱਚ ਪਾ ਦਿੱਤਾ। ਰਾਜੇ ਪਰੀਸ਼ਦ ਨੇ ਉਸ ਫਕੀਰ ਨੂੰ ਜਦੋਂ ਸੱਪ ਗਲ ਦੇ ਵਿੱਚ ਪਾਤਾ ਨਾ ਪਿਆਰੇ ਨੂੰ, ਰਾਜਾ ਪਰੀਸ਼ਦ ਤਾਂ ਚਲਿਆ ਗਿਆ ਅੱਗੇ। ਹੁਣ ਪੀਰ ਫਕੀਰ ਜੀ ਨੂੰ ਪਤਾ ਨਹੀਂ ਲੱਗਿਆ, ਮਹਾਂਪੁਰਸ਼ਾਂ ਨੂੰ ਪਤਾ ਨਹੀਂ ਲੱਗਿਆ ਕਿ ਸਾਡੇ ਨਾਲ ਕੀ ਹੋਇਆ ਕੀ ਨਹੀਂ, ਕਿਉਂਕਿ ਦੁਨੀਆ ਤੇ ਇੱਥੇ ਹੈ ਹੀ ਨਹੀਂ ਸੀ। ਸੁਰਗ ਦੀ ਅਕਾਲ ਪੁਰਖ ਨਾਲ ਜੁੜੀ ਹੋਈ ਸੀ ਉਹਨਾਂ ਦੀ। ਉਹਨਾਂ ਦਾ ਚੇਲਾ ਆਇਆ ਬੰਦਗੀ ਕਰਕੇ। ਹੁਣ ਚੇਲੇ ਵੀ ਬੜੀ ਤਰ੍ਹਾਂ ਦੇ ਆ, ਇੱਕ ਫਕੀਰੀ ਰੇਖ ਦੀ ਹੁੰਦੀ ਹੈ, ਕਹਿੰਦੇ ਇੱਕ ਭੇਜਦੀ ਬਾਬਾ ਈਸ਼ਰ ਸਿੰਘ ਦਾ ਬਚਨ ਹੈ, ਬਾਬਾ ਨੰਦ ਸਿੰਘ ਜੀ। ਦੋ ਤਰ੍ਹਾਂ ਦੀ ਫਕੀਰੀ ਹੁੰਦੀ ਹੈ। ਹੁਣ ਜਿਹੜਾ ਉਹਦਾ ਚੇਲਾ ਸੀ ਉਹ ਵੀ ਪਹੁੰਚਿਆ ਹੋਇਆ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬੰਦਗੀ ਬਹੁਤ ਸੀ ਉਹਨਾਂ ਦੀ। ਉਹ ਜੰਗਲ ਦੇ ਵਿੱਚੋਂ ਆਇਆ, ਕੋਈ ਜਲ ਪਾਣੀ ਦਾ ਪ੍ਰਬੰਧ ਕਰਕੇ ਦੇਖਿਆ ਵੀ ਮੇਰੇ ਗੁਰੂ ਜੀ ਦੇ ਗਲ ਦੇ ਵਿੱਚ ਸੱਪ ਪਾਇਆ ਪਿਆ। ਆਉਣ ਸਾਰੀ ਬਚਨ ਕਰਤਾ, ਕਹਿੰਦਾ ਉਹ ਜਿਹਨੇ ਮੇਰੇ ਗੁਰੂ ਦੇ ਗਲ ਦੇ ਵਿੱਚ ਸੱਪ ਪਾਇਆ, ਅੱਜ ਤੋਂ 7 ਦਿਨਾਂ ਨੂੰ ਉਹਦੀ ਮੌਤ ਵੀ ਸੱਪ ਲੜ ਕੇ ਹੋਣੀ ਹੈ। ਦੇਖੋ ਹੁਣ ਨਾਮ ਜਪਣ ਵਾਲਿਆਂ ਦੇ ਬਚਨ ਆੜੇ ਨਹੀਂ ਚੱਲਦੇ। ਸਾਧੂ ਬੋਲੇ ਸਹਿਜ ਸੁਭਾਅ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਕਹਿੰਦੇ ਸਾਧੂ ਦੇ ਬਚਨ ਬਿਰਥੇ ਨਹੀਂ ਜਾਂਦੇ, ਪਰ ਹੋਵੇ ਪੂਰਾ। ਐਵੇਂ ਨਾ ਹੋਵੇ ਮਾਇਆ ਇਕੱਠੀ ਕਰਨ ਵਾਲਾ, ਐਵੇਂ ਨਾ ਗੱਡੀਆਂ ਕਾਰ ਲੈਣ ਵਾਲਾ ਹੋਵੇ, ਜ਼ਮੀਨਾਂ ਜਾਇਦਾਦਾਂ ਜੋੜਨ ਵਾਲਾ ਹੋਵੇ, ਰੱਬ ਦੇ ਨਾਲ ਆਪਦੇ ਨਾਲ ਦੇ ਨੂੰ ਜੋੜਨ ਵਾਲਾ। ਆਪਦੇ ਨਾਲ ਨਾ ਜੋੜੇ, ਪਰਮਾਤਮਾ ਦੇ ਨਾਲ ਜੋੜੇ। ਤੇ ਪਿਆਰੋ ਕਹਿੰਦੇ ਦੇਖਿਆ ਵੀ ਸੱਪ ਗਲ ਵਿੱਚ ਪਾਇਆ, ਕਹਿੰਦੇ ਮੇਰੇ ਗੁਰੂ ਦੇ ਜੀ ਨੇ ਗਲ ਦੇ ਵਿੱਚ ਇਹ ਸੁੱਕਿਆ ਹੋਇਆ ਸੱਪ ਪਾਇਆ ਹੈ, ਮੇਰੇ ਗੁਰੂ ਦਾ ਨਰਾਦਰ ਕੀਤਾ ਹੈ, ਉਹ 7 ਦਿਨਾਂ ਨੂੰ ਸੱਪ ਲੜ ਕੇ ਮਰੇਗਾ। ਬਲਕਲ ਮੌਤ ਜਾ ਰਹੀ ਸੀ। ਉਧਰੋਂ ਰਾਜੇ ਨੂੰ ਪਤਾ ਲੱਗਾ ਹੀ ਬਚਨ ਹੋ ਗਏ ਸਾਧੂਆਂ ਦੇ। ਕਿਸੇ ਨੇ ਦੱਸਦਾ, ਕਹਿੰਦੇ ਰਾਜਾ ਜੀ ਹੁਣ ਤੁਸੀਂ ਯਤਨ ਕਰ ਲਓ। ਰਾਜਾ ਪਰੀਸ਼ਦ ਨੂੰ ਕਹਿੰਦੇ ਤੁਹਾਡੀ ਮੌਤ 7 ਦਿਨਾਂ ਨੂੰ ਹੋ ਜਾਣੀ। ਜਦੋਂ ਇੱਦਾਂ ਕਿਹਾ, ਰਾਜੇ ਪਰੀਸ਼ਦ ਦਾ ਸਰੀਰ ਜਿਹੜਾ ਉਹ ਬਿਮਾਰ ਹੋਣ ਲੱਗ ਗਿਆ। ਜਦੋਂ ਆਪਾਂ ਕਹਿੰਦੇ ਨਾ ਬੰਦੇ ਦਾ ਹੁਣ ਆਨੰਦ ਆ ਗਿਆ, ਬੰਦਾ ਬਿਮਾਰ ਜ਼ਿਆਦਾ ਹੋ ਗਿਆ ਜਾਂ ਬੰਦੇ ਦਾ ਐਕਸੀਡੈਂਟ ਹੋ ਗਿਆ, ਉਦੋਂ ਰੱਬ ਬੰਦੇ ਨੂੰ ਸੁਨੇਹੇ ਭੇਜਦਾ ਵੀ ਬਚ ਜਾ, ਤੂੰ ਮਾੜੇ ਕੰਮ ਕਰਨੇ ਛੱਡ ਦੇ। ਜਦੋਂ ਕਹਿੰਦੇ ਰਾਜੇ ਪਰੀਸ਼ਦ ਦਾ ਅੰਤ ਆ ਗਿਆ, ਰਾਜਾ ਪਰੀਸ਼ਦ ਬਿਮਾਰ ਹੋ ਗਿਆ, ਇਹੋ ਜਿਹੀ ਭੈੜੀ ਬਿਮਾਰੀ ਲੱਗੀ। ਕਹਿੰਦੇ ਦੁਨੀਆ ਦੇ ਸਭ ਤੋਂ ਵੱਡੇ ਵੱਡੇ ਵੈਦ ਸੱਦੇ, ਡਾਕਟਰ ਸੱਦੇ, ਇਲਾਜ ਕਰਾਇਆ, ਪਤਾ ਸੀ ਵੀ 7 ਦਿਨਾਂ ਨੂੰ ਮਰ ਜਾਣਾ। ਡਾਕਟਰਾਂ ਨੇ ਇਲਾਜ ਚੱਲੀ ਜਾਂਦਾ ਪਰ ਆਰਾਮ ਨਹੀਂ ਹੁੰਦਾ। ਇਹ ਕਹਿੰਦੇ ਦੁਨੀਆ ਦੇ ਵਿੱਚ ਕਹਿੰਦੇ ਉਸ ਸਮੇਂ ਦਾ ਸਭ ਤੋਂ ਵੱਡਾ ਵੈਦ ਸੀ ਧਨੰਤਰ ਵੈਦ, ਜਿਹਨੂੰ ਕਿਹਾ ਜਾਂਦਾ ਸੀ ਧਨੰਤਰ ਵੈਦ। ਉਹਨੂੰ ਖਬਰ ਪਹੁੰਚੀ, ਕਹਿੰਦੇ ਰਾਜੇ ਪਰੀਸ਼ਦ ਨੂੰ ਤੂੰ ਬਚਾ ਸਕਦਾ। ਰਾਜਾ ਸੀ ਹੁਣ ਪੂਰਾ ਜ਼ੋਰ ਲਾਤਾ ਪਰਜਾ ਵਜ਼ੀਰਾਂ ਨੇ ਵੀ ਰਾਜੇ ਨੂੰ ਕੁਝ ਹੋਣਾ ਨਹੀਂ ਚਾਹੀਦਾ। ਧਨੰਤਰ ਵੈਦ ਵੀ ਤੁਰ ਪਿਆ। ਦਿਨ ਰਹਿ ਗਿਆ ਇੱਕ, ਉਧਰੋਂ ਤੁਰ ਪਿਆ ਜਿਹੜਾ ਉਹ ਨਾਗ ਸੀ, ਜਿਹਨੂੰ ਬਚਨ ਹੋਇਆ ਸੀ, ਜਿਹਨੇ ਲੜਨਾ ਸੀ ਜਾ ਕੇ, ਜਿਹਨੇ ਰਾਜੇ ਦੇ ਡੰਗ ਮਾਰਨਾ ਸੀ ਜਾ ਕੇ। ਤੱਛਕ ਨਾਗ ਜੀ ਦਾ ਨਾਮ ਇਤਿਹਾਸ ਵਿੱਚ ਦੱਸਿਆ ਗਿਆ। ਤੱਛਕ ਨਾਗ, ਤੱਛਕ ਨਾਗ ਦਾ ਮਤਲਬ ਹੁੰਦਾ ਹੈ ਇੱਛਾਧਾਰੀ ਨਾਗ। ਉਹ ਆਪਣਾ ਆਕਾਰ ਵੱਡੇ ਤੋਂ ਵੱਡਾ ਕਰ ਸਕਦਾ ਹੈ,
ਛੋਟੇ ਤੋਂ ਛੋਟਾ ਆਕਾਰ ਉਹਦਾ ਵਿਦਵਾਨ ਦੱਸਦੇ ਨੇ ਡੇਢ ਉਂਗਲ ਦਾ ਰਹਿ ਜਾਂਦਾ, ਨਿੱਕਾ ਜਿਹਾ ਵੀ ਹੋ ਜਾਂਦਾ, ਵੱਡਾ ਵੀ ਹੋ ਜਾਂਦਾ, ਆਪਦੀ ਮਰਜ਼ੀ ਦਾ ਆਕਾਰ ਕਰ ਸਕਦਾ, ਕੁਝ ਨਹੀਂ ਬਣ ਸਕਦਾ ਜਿਹੜਾ ਤੱਛਕ ਨਾਗ ਹੁੰਦਾ। ਇੱਛਾਧਾਰੀ, ਇੱਛਾ ਨੂੰ ਮਤਲਬ ਇਹ ਕਹਿਣਾ ਵੀ ਜਿਹੜਾ ਉਹਦੀ ਇੱਛਾ ਕੀਤੀ ਉਹਨੇ ਉਹੀ ਰੂਪ ਧਾਰ ਲੈਣਾ। ਤੇ ਪਿਆਰੋ ਉਹ ਵੀ ਤੁਰ ਪਿਆ, ਧਨੰਤਰ ਵੈਦ ਵੀ ਚੱਲ ਪਿਆ, ਰਸਤੇ ਦੇ ਵਿੱਚ ਇਕੱਠੇ ਹੋ ਗਏ ਕੁਦਰਤੀ, ਜਿਹੜਾ ਕੋਈ ਕੁਦਰਤ ਨੇ ਕਰਨਾ ਹੋਵੇ। ਰਸਤੇ ਦੇ ਵਿੱਚ ਜਾਂਦੇ ਨੇ, ਧਨੰਤਰ ਵੈਦ ਵੀ ਜਾਂਦਾ ਹੈ, ਇੱਕ ਦਰਖਤ ਦੇ ਥੱਲੇ ਇਕੱਠੇ ਹੋ ਗਏ ਦੋਨੇ ਜਾਣੇ, ਕਿਉਂਕਿ ਹੁਕਮ ਹੋਇਆ ਸੀ ਮਹਾਂਪੁਰਸ਼ਾਂ ਦਾ ਵੀ 7 ਦਿਨਾਂ ਨੂੰ ਮੌਤ ਹੋ ਜਾਣੀ ਹੈ, ਜਿੰਨਾ ਮਰਜ਼ੀ ਯਤਨ ਕਰ ਲੈ। ਦੋਨੇ ਜਾਣੇ ਜਦੋਂ ਇੱਕ ਦਰਖਤ ਦੇ ਥੱਲੇ ਇਕੱਠੇ ਹੋ ਗਏ ਨਾ, ਧਨੰਤਰ ਵੈਦ ਵੀ ਜਾ ਵੜਿਆ, ਤੱਛਕ ਨਾਗ ਵੀ ਜਾ ਵੜਿਆ, ਆਪਸ ਵਿੱਚ ਬੋਲ ਬਾਣੀ ਹੋ ਗਈ। ਕਹਿੰਦੇ ਜੀ ਤੁਸੀਂ ਕਿੱਥੇ ਚੱਲੇ ਆ? ਉਹ ਕਹਿੰਦਾ ਮੈਂ ਇੱਕ ਰਾਜਾ ਨੂੰ ਬਚਾਉਣ ਚੱਲਿਆ। ਤੱਛਕ ਨਾਗ ਪੁੱਛਦਾ ਇੱਛਾਧਾਰੀ ਧਨੰਤਰ ਵੈਦ ਨੂੰ, ਤੇ ਕਹਿੰਦੇ ਤੁਸੀਂ ਜਿਹੜੇ ਰਾਜੇ ਨੂੰ ਬਚਾਉਣ ਚੱਲੇ ਆ, ਮੈਂ ਉਹਨੂੰ ਮਾਰਨ ਚੱਲੇ ਆ। ਦੇਖੋ ਉਹ ਕਹਿੰਦੇ ਤੇਰੇ ਵਿੱਚ ਕੀ ਪਾਵਰ ਹੈ ਬਚਾਉਣ ਦੀ? ਹੁਣ ਆਪਾਂ ਵੀ ਜਦੀ ਪੈਂਦੇ ਨਾ ਕਈ ਵਾਰੀ ਵੀ ਤੂੰ ਯਾਰ ਆਏ ਕਿਵੇਂ ਕਰਦੇ ਹੋ? ਕਹਿੰਦਾ ਮੈਂ ਕਰ ਦੂੰਗਾ। ਕਹਿੰਦਾ ਤੇਰੇ ਵਿੱਚ ਕੀ ਪਾਵਰ ਹੈ ਵੀ ਤੂੰ ਉਹਨੂੰ ਬਚਾ ਲੇਗਾ? ਉਹ ਕਹਿੰਦਾ ਮੇਰੇ ਵਿੱਚ ਪਾਵਰ ਹੈ, ਮੈਂ ਬਚਾ ਲੂੰਗਾ। ਕਹਿੰਦੇ ਮੇਰੇ ਵਿੱਚ ਪਾਵਰ ਹੈ, ਮੈਂ ਮਾਰ ਦੂੰ। ਕਹਿੰਦੇ ਇੱਥੇ ਹੀ ਨਾ ਆਪਾਂ ਅੰਦਾਜ਼ਾ ਲਾ ਲਈਏ ਆਪਣੀ ਪਾਵਰ ਦਾ। ਜਿਹੜੇ ਦਰਖਤ ਦੇ ਥੱਲੇ ਖੜੇ ਸੀ ਉਹ ਤੱਛਕ ਨਾਗ ਕਹਿੰਦਾ ਜੇ ਮੈਂ ਇੱਕ ਫਕਾਰਾ ਮਾਰਾਂ ਤਾਂ ਮੈਂ ਇਸ ਦਰਖਤ ਨੂੰ ਸਾੜ ਕੇ ਸਵਾਹ ਕਰ ਦੇਣਾ। ਪਿੱਪਲ ਦਾ ਦਰਖਤ ਦੱਸਿਆ ਗਿਆ ਉਸ ਦਰਖਤ ਦੇ ਥੱਲੇ। ਉਹ ਕਹਿੰਦਾ ਜੇ ਮੈਂ ਇੱਕ ਵਾਰੀ ਇਹਦੇ ਵਿੱਚ ਅੱਖ ਪੱਟ ਕੇ ਝਾਕ ਪਿਆ, ਧਨੰਤਰ ਵੈਦ ਕਹਿੰਦਾ ਮੈਂ ਇਹਨੂੰ ਹਰਿਆ ਭਰਿਆ ਕਰ ਦੂੰ। ਏਦਾਂ ਹੀ ਹੋਇਆ, ਉਹਨੇ ਫਕਾਰਾ ਮਾਰਿਆ, ਦਰਖਤ ਨੂੰ ਸਾੜ ਕੇ ਸਵਾਹ ਕਰਤਾ। ਧਨੰਤਰ ਵੈਦ ਨੇ ਸੋਚਿਆ ਇਹਦੇ ਵਿੱਚ ਬਹੁਤ ਕਲਾ ਹੈ, ਇਹਦੇ ਵਿੱਚ ਬਹੁਤ ਸ਼ਕਤੀ ਹੈ। ਉਹਨੇ ਝਾਕਿਆ, ਉਹ ਅੱਖਾਂ ਖੋਲ ਕੇ ਧਨੰਤਰ ਵੈਦ ਤੇ ਦਰਖਤ ਨੂੰ ਹਰਿਆ ਭਰਿਆ ਕਰਤਾ। ਚਲੋ ਜੀ ਉੱਥੋਂ ਚੱਲ ਪਏ। ਹੁਣ ਜਿਵੇਂ ਮੈਂ ਦੱਸਿਆ ਵੀ ਆਕਾਰ ਛੋਟੇ ਤੋਂ ਛੋਟਾ ਹੋ ਜਾਂਦਾ ਇੱਛਾਧਾਰੀ ਨਾਗ ਦਾ। ਉਹਨੇ ਕੀ ਕੀਤਾ, ਰਸਤੇ ਦੇ ਵਿੱਚ ਇੱਕ ਖੁੰਡੀ ਵੜ ਕੇ, ਖੁੰਡੀ ਦੇ ਵਿੱਚ ਵੜ ਕੇ ਬੈਠ ਗਿਆ, ਲੱਕੜ ਦੀ ਖੁੰਡੀ। ਧਨੰਤਰ ਵੈਦ ਨੇ ਸੋਚਿਆ ਵੀ ਕੋਈ ਬਜ਼ੁਰਗ ਜਾਂਦਾ ਹੋਊਗਾ, ਰਸਤੇ ਜਾਂਦਾ ਹੋਊਗਾ, ਜਾਂ ਉਹਦੀ ਖੁੰਡੀ ਡਿੱਗ ਪਈ ਜੇ ਕੋਈ ਰਸਤੇ 'ਚ ਮਿਲਿਆ, ਕਿਉਂਕਿ ਚੰਗੇ ਕੰਮ ਕਰਨ ਤਾਂ ਚੰਗੇ ਹੀ ਕਰਨਾ ਹੁੰਦਾ ਨਾ, ਵੀ ਜੇ ਕੋਈ ਰਸਤੇ 'ਚ ਮਿਲਿਆ ਆਪਾਂ ਉਹਦੀ ਖੁੰਡੀ ਫੜਾ ਦੇਵਾਂਗੇ। ਇੱਕ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਅੱਜ ਵੀ ਆਦਤ ਹੈਗੀ, ਉਹਨਾਂ ਜਿਹੜਾ ਡੰਡਾ ਕੋਈ ਚੱਕ ਲੈਣਾ ਰਾਹ 'ਚ ਜਾ ਕੇ ਘਰੋਂ, ਉਹ ਇੱਦਾਂ ਆਪਣੇ ਕੰਨ ਤੇ ਢੂਈ ਤੇ ਖੁਰਕ ਕਰਨ ਲੱਗ ਜਾਂਦੇ, ਖਾਜ ਹੁੰਦੀ ਹੈ। ਪੁਰਾਣੇ ਬਜ਼ੁਰਗਾਂ ਦੀ ਆਦਤ ਨਹੀਂ ਸੀ, ਪਰ ਹੁਣ ਉਹ ਸਮੇਂ ਨਹੀਂ ਹੈ। ਉਹਨੇ ਨਾ ਇੱਦਾਂ ਧਨੰਤਰ ਵੈਦ ਨੇ ਜਦੋਂ ਚੱਕੀ ਖੁੰਡੀ, ਉਹ ਆ ਇੱਛਾਧਾਰੀ ਨਾਗ ਉਹਦੇ ਵਿੱਚ ਵੜ ਕੇ ਬੈਠ ਗਿਆ। ਜਾਂਦਾ ਰਸਤੇ ਦੇ ਵਿੱਚ ਤੁਰਿਆ ਜਾਂਦਾ, ਆਪਣੀ ਇੱਦਾਂ ਕੰਨ ਤੇ ਢੂਈ ਤੇ ਖਾਜ ਕਰਨ ਲੱਗਿਆ। ਜਦੋਂ ਖਾਜ ਕਰਨ ਲੱਗਾ ਤੇ ਇੱਛਾਧਾਰੀ ਨਾਗ ਨੇ ਉਹਦੀ ਮਗਰ ਢੂਈ ਤੇ ਡੰਗ ਮਾਰਿਆ। ਜਿੱਥੇ ਤੱਛਕ ਨਾਗ ਦੀ ਡੰਗ ਵੱਜਿਆ ਉੱਥੇ ਧਨੰਤਰ ਵੈਦ ਦੀ ਨਿਗਾਹ ਨਹੀਂ ਜਾ ਸਕਦੀ ਸੀ। ਦੇਖੋ ਮੌਤ, ਹੁਣ ਮਰਨਾ ਰਾਜੇ ਪ੍ਰੀਸ਼ਟ ਨੇ ਸੀ, ਤੇ ਨਾਲ ਜਿਹੜਾ ਬਚਾਉਣ ਜਾਂਦਾ ਸੀ ਉਹਨੂੰ ਵੀ ਮਾਰ ਲਿਆ। ਪਤਾ ਲੱਗਿਆ ਵੀ ਵੈਦ ਨੂੰ ਵੀ ਮਾਰ ਦਿੱਤਾ, ਰਸਤੇ ਦੇ ਵਿੱਚ ਸੱਪ ਲੜ ਕੇ ਮਰ ਗਿਆ। ਦੇਖਿਆ ਜਾ ਕੇ ਭਾਲ ਕੀਤੀ ਤੇ ਰਾਜੇ ਦਾ ਡਰ ਹੋਰ ਵੱਧ ਗਿਆ। ਉਹਨੂੰ ਜਿਹੜਾ 7ਵਾਂ ਦਿਨ ਸੀ ਉਹ ਚੜ ਗਿਆ। ਹੁਣ ਸੱਪ ਦੀ ਸਪੀਡ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਹੁੰਦੀ। ਕਹਿੰਦੇ ਉਹ ਜਿਹੜਾ 7ਵਾਂ ਦਿਨ ਸੀ ਉਹ ਚੜ ਗਿਆ ਤੇ ਰਾਜਾ ਥੋੜਾ ਜਿਹਾ ਹੌਸਲੇ ਵਿੱਚ ਹੋ ਗਿਆ ਵੀ ਅੱਜ 7ਵਾਂ ਦਿਨ ਚੜ ਗਿਆ, ਹੁਣ ਮੈਨੂੰ ਕੀ ਹੋਣਾ ਹੈ। ਪਰ ਬੱਚਾ ਤੁਹਾਨੂੰ ਪਤਾ ਕੀ ਕੀਤਾ ਸੀ? ਰਾਜੇ ਨੇ ਸਮੁੰਦਰ ਦੇ ਵਿੱਚ ਆਪਦਾ ਕੱਚ ਦਾ ਮਹਿਲ ਬਣਾ ਲਿਆ ਸੀ। ਐਵੇਂ ਥੋੜ੍ਹਾ ਕਹਿੰਦਾ ਮਲਕਲ ਮੌਤ ਜਾਂ ਅਸੀਂ ਸਭ ਦਰਵਾਜ਼ੇ ਭੰਨ, ਜਿੰਨਾ ਮਰਜ਼ੀ ਯਤਨ ਕਰ ਲੈ ਇਹਨੇ ਦਰਵਾਜ਼ੇ ਭੰਨ ਕੇ ਤੈਨੂੰ ਲੈ ਜਾਣਾ। ਕਹਿੰਦੇ ਨੇ ਕੱਚ ਦਾ ਮਹਿਲ ਬਣਾ ਲਿਆ ਭਾਈ। ਜਦੋਂ ਕੱਚ ਦਾ ਮਹਿਲ ਬਣਾ ਲਿਆ ਨਾ ਤੇ ਰਾਜਾ ਬੇਫਿਕਰ ਹੋ ਗਿਆ, ਕਹਿੰਦਾ ਹੁਣ ਨਹੀਂ ਮੈਨੂੰ ਮੌਤ ਆ ਸਕਦੀ, ਕਿਉਂਕਿ 7ਵਾਂ ਦਿਨ ਤਾਂ ਚੜ ਗਿਆ। ਪਰ ਉਹਨੂੰ ਆਏ ਨਹੀਂ ਪਤਾ ਵੀ ਹਜੇ ਦਿਨ ਦੀ ਅਖੀਰ ਜਿਹੜੀ ਉਹ ਬੜੀ ਦੂਰ ਜਾ ਕੇ ਹੋਣੀ ਹੈ। ਸਾਧੂਆਂ ਦੇ ਬਚਨ ਟਾਲੇ ਨਹੀਂ ਜਾ ਸਕਦੇ। ਕਹਿੰਦੇ ਦਰਿਆ ਦੇ ਵਿੱਚ ਮਹਿਲ ਬਣਾਇਆ ਹੋਇਆ, ਕੱਚ ਦਾ ਮਹਿਲ ਹੈ, ਬੈਠਾ ਹੈ ਵਿੱਚ, ਬੜਾ ਖੁਸ਼ ਬੈਠਾ ਹੈ। ਜਦੋਂ ਬੰਦੇ ਨੂੰ ਮੌਤ ਆਉਣੀ ਹੋਵੇ ਕਈ ਵਾਰੀ ਖੁਸ਼ੀ ਵੀ ਆ ਜਾਂਦੀ। ਕਹਿੰਦੇ ਬੈਠਾ ਬੈਠਾ ਤੇ ਕੀ ਦੇਖਦਾ, ਦਰਿਆ ਦੇ ਪਾਣੀ ਦੇ ਉੱਤੇ ਇੱਕ ਫੁੱਲ ਤਰਿਆ ਹੁੰਦਾ ਬਹੁਤ ਸੋਹਣਾ। ਮੌਤ ਫੁੱਲ ਬਣ ਕੇ ਵੀ ਆ ਜਾਂਦੀ ਹੈ ਭਾਈ। ਜਿਵੇਂ ਆਪਾਂ ਕਹਿੰਦੇ ਨੇ ਆਹ ਬੰਦਾ ਤਾਂ ਜੀ ਵਧੀਆ ਹੱਸਦਾ ਖੇਡਦਾ ਸੀਗਾ, ਬਸ ਤੈਂ ਕੀ ਹੋਇਆ, ਸੌਖਾ ਹੀ ਗਿਆ, ਇਹਦੀ ਜਾਨ ਸੌਖੀ ਹੁੰਦੀ, ਪਰ ਉਹਨੇ ਕਰਮ ਚੰਗੇ ਕੀਤੇ ਹੁੰਦੇ ਆ। ਜਿਹੜਾ ਜਿੰਨਾ ਔਖਾ ਹੋ ਕੇ ਮਰੂਗਾ ਉਹਨੇ ਉਨੇ ਹੀ ਮਾੜੇ ਕਰਮ ਕੀਤੇ ਹੋਣਗੇ। ਜਦੋਂ ਦੇਖਿਆ ਵੀ ਫੁੱਲ ਬੜਾ ਸੋਹਣਾ ਕਰਦਾ ਹੁੰਦਾ ਦਰਿਆ ਤੇ, ਇਹਨੇ ਆਪਣੇ ਮਹਿਲ ਦੀ ਬਾਰੀ ਖੋਲੀ ਤੇ ਖੋਲ ਕੇ ਦਰਿਆ ਦੇ ਵਿੱਚੋਂ ਇੱਦਾਂ ਹੱਥ ਨਾਲ ਫੁੱਲ ਚੱਕ ਲਿਆ। ਕਹਿੰਦਾ ਬੜਾ ਸੋਹਣਾ ਫੁੱਲ ਹੈ।
ਤੇ ਪਿਆਰਿਓ ਜਦੋਂ ਫੁੱਲ ਚੱਕ ਲਿਆ ਨਾ ਇਦਾਂ ਨੱਕ ਦੇ ਨਾਲ ਫੁੱਲ ਨੂੰ ਸੁੰਘਣ ਲੱਗਿਆ ਰਾਜਾ ਪਰੀਸ਼ਦ ਤੇ ਉਹਦੇ ਵਿੱਚੋਂ ਤਛਕ ਨਾਗ ਉਹਦੀ ਮੌਤ ਬਣ ਕੇ ਬੈਠਾ ਸੀ। ਮਨਾ ਮੂਰਖਾ ਕਰ ਲੈ, ਮਨਾ ਮੂਰਖਾ ਕੂਕ ਦੀ ਮੌਤ ਸਿਰ ਤੇ ਓਏ ਕਰ ਲੈ ਨਾਮ ਦਾ ਬਣਜ ਵਪਾਰ ਕੋਈ। ਇੱਕ ਦਿਨ ਆਣ ਕਾਰਣੇ ਪੈ ਜਾਣਾ ਕਰ ਲੈ ਦੁਨੀਆ ਤੇ ਪੁੰਨ ਦਾਨ ਕੋਈ। ਕੀ ਪਤਾ ਕਿਹਨੂੰ ਕਦੋਂ ਮੌਤ ਆ ਜਾਣੀ। ਯਤਨ ਕਰਦੇ ਰਹੀਏ, ਅੱਜ ਗੁਰੂ ਦੇ ਲੜ ਲੱਗੇ ਰਹੀਏ, ਸੇਵਾ ਸਿਮਰਨ ਕਰਦੇ ਰਹੀਏ, ਪੁੰਨ ਦਾਨ ਕਰਦੇ ਰਹੀਏ। ਉਹ ਕਹਿੰਦੇ ਜਦੋਂ ਫੁੱਲ ਏਦਾਂ ਦੇਖਣ ਲੱਗਿਆ ਨਾ ਸੁੱਕ ਕੇ ਕੁਮਾਰੀ ਤੇ ਰਾਜੇ ਪਰੀਸ਼ਦ ਦੀ ਉੱਥੇ ਹੀ ਮੌਤ ਹੋ ਗਈ। ਲੱਖਾਂ ਯਤਨ ਕੀਤੇ ਸੀ ਬਚਣ ਦੇ, ਪਰ ਪਿਆਰਿਓ ਸੰਤਾਂ ਦੇ ਬਚਨ ਵੀ ਨਹੀਂ ਜਾਂਦੇ ਯਾਰ। ਆਗੇ ਪਤਾ ਲੱਗਿਆ ਕਹਿੰਦੇ ਜੀ ਰਾਜਾ ਮਰ ਗਿਆ, ਰਾਜਾ ਮਰ ਗਿਆ। ਹੁਣ ਸਾਰੇ ਖਬਰ ਹੋ ਗਈ। ਜਦੋਂ ਉਸ ਫਕੀਰ ਕੋਲੇ ਗਈ ਨਾ ਖਬਰ, ਫਕੀਰ ਜੀ ਕਹਿੰਦੇ ਭਾਈ ਤੂੰ ਏਦਾਂ ਕਿਹਾ ਸੀ? ਕਹਿੰਦਾ ਜੀ ਹਾਂ ਕਿਹਾ ਸੀ। ਕਹਿੰਦੇ ਤੂੰ ਕੀ ਕਿਹਾ, ਕਿਵੇਂ ਕਿਹਾ? ਕਹਿੰਦੇ ਜੀ ਉਹਨੇ ਮੇਰੇ ਗੁਰੂ ਦਾ ਨਿਰਾਦਰ ਕੀਤਾ ਸੀ। ਤੁਹਾਡੇ ਗਲ ਦੇ ਵਿੱਚ ਸੁੱਕਿਆ ਹੋਇਆ ਸੱਪ ਬਾਦਾ ਭਰਿਆ ਹੋਇਆ, ਮੈਨੂੰ ਇਹ ਚੰਗਾ ਨਹੀਂ ਲੱਗਿਆ। ਫਿਰ ਮੈਂ ਉਹਨੂੰ ਕਿਹਾ ਸੀ ਓਏ ਤੂੰ ਆਪ ਵੀ ਮਰੇਗਾ ਸੱਪ ਲੜ ਕੇ। ਫਿਰ ਪੀਰ ਜੀ ਨੇ ਸਮਝਾਇਆ, ਕਹਿੰਦਾ ਉਹ ਫਕੀਰ ਕਿਸੇ ਨਾਲ ਮਾੜਾ ਨਹੀਂ ਕਰਦੇ ਹੁੰਦੇ, ਪੀਰ ਫਕੀਰ ਕਿਸੇ ਦਾ ਮਾੜਾ ਨਹੀਂ ਕਰਦੇ, ਪਰ ਤੂੰ ਇਹ ਬਚਨ ਕੱਢਣ ਤੋਂ ਪਹਿਲਾਂ ਸਾਥੋਂ ਪੁੱਛਦਾ ਰਹਿੰਦਾ। ਕੋਈ ਗੱਲ ਨਹੀਂ, ਰਾਜੇ ਨੇ ਆਪਣਾ ਕੰਮ ਕਰ ਲਿਆ ਸੀ, ਜਾਣ ਦਿੰਦਾ। ਕਹਿੰਦਾ ਨਹੀਂ ਜੀ ਮੈਨੂੰ ਗੁੱਸਾ ਬੜਾ ਲੱਗਿਆ, ਮੇਰੇ ਮੁਰਸ਼ਿਦ ਦੇ ਗਲ ਵਿੱਚ ਸੱਪ ਪਾਇਆ। ਕਹਿੰਦੇ ਫਿਰ ਮੈਂ ਕਹਿ ਦਿੱਤਾ ਤੂੰ ਤਾਂ ਆਪ ਵੀ ਮਰੇਗਾ ਸੱਪ ਲੜ ਕੇ, ਸੱਪ ਗਲ ਪਾਉਣ ਵਾਲਿਆ ਆਪ ਹੀ ਮਰੇਗਾ ਸੱਪ ਲੜ ਕੇ, ਸੱਪ ਗਲ ਪਾਉਣ ਵਾਲਿਆ। ਤੂੰ ਤਾਂ ਆਪ ਹੀ ਮਰੇਗਾ ਸੱਪ ਲੜ ਕੇ, ਸੱਪ ਗਲ ਪਾਉਣ ਵਾਲਿਆ। ਤੂੰ ਤਾਂ ਆਪ ਹੀ ਮਰੇਗਾ ਸੱਪ ਲੜ ਕੇ, ਸੱਪ ਗਲ ਪਾਉਣ ਵਾਲਿਆ। ਤੂੰ ਤਾਂ ਆਪੇ ਹੀ ਮਰੇਗਾ ਸੱਪ ਲੜ ਕੇ, ਸੱਪ ਗਲ ਪਾਉਣ ਵਾਲਿਆ। ਤੂੰ ਤਾਂ ਆਪ ਹੀ ਮਰੇਗਾ ਸੱਪ ਲੜ ਕੇ, ਸੱਪ ਗਲ ਪਾਉਣ ਵਾਲਿਆ। ਤੂੰ ਤਾਂ ਆਪ ਹੀ ਮਰੇਗਾ ਸੱਪ ਲੜ ਕੇ, ਸੱਪ ਗਲ ਪਾਉਣ ਵਾਲਿਆ। ਉਹ ਤੂੰ ਤਾਂ ਆਪ ਵੀ ਮਰੇਗਾ ਸੱਪ ਲੜ ਕੇ, ਸੱਪ ਗਲ ਪਾਉਣ ਵਾਲਿਆ। ਸੋਚ ਲੈ ਸੱਪ ਗਲ ਪਾਉਣ ਵਾਲਿਆ, ਸੋਚ ਲੈ ਉਹ ਸੱਪ ਗਲ ਪਾਉਣ ਵਾਲਿਆ। ਸੋਚ ਲੈ ਸੱਪ ਗਲ ਪਾਉਣ ਵਾਲਿਆ, ਸੋਚ ਲੈ। ਉੱਥੇ ਹੀ ਬਿਲਕੁਲੀਆਂ ਫੇਰ ਲਿਆਓ ਪਿਆਰਿਓ। ਜਿਸ ਜੈਸਾ ਅਸੀਂ ਬੀਜਾਂਗੇ ਸਾਨੂੰ ਉਸਾ ਵੱਢਣਾ ਪੈਣਾ, ਉਹੋ ਜਿਹਾ ਸਾਨੂੰ ਵੱਢਣਾ ਪੈਣਾ। ਤੇ ਪਿਆਰਿਓ ਮਲਕਲ ਮੌਤ ਜਮਾਵਸੀ ਸਭ ਦਰਵਾਜ਼ੇ ਬੰਦ। ਇਹ ਮੌਤ ਨੇ ਕਿਸੇ ਨੂੰ ਰਹਿਣ ਨਹੀਂ ਦਿੱਤਾ, ਕੋਈ ਨਹੀਂ ਲਿਆ, ਕੋਈ ਵੀ। ਭਗਤ ਫਰੀਦ ਜੀ ਦਾ ਸ਼ਬਦ ਆ, ਫਰੀਦਾ ਕਿੱਥੇ ਪੈਂਦੇ ਮਾਪਿਆਂ ਜਿੰਨੀ ਤੂੰ ਜਣੇ ਹੋ। ਸਾਨੂੰ ਸਮਝਾਉਂਦੇ ਆ ਸਾਡੇ ਭਗਤ ਜੀ, ਬਾਬਾ ਫਰੀਦ ਜੀ ਕਹਿੰਦੇ ਕਿੱਥੇ ਪੈਂਦੇ ਮਾਪਿਆਂ, ਕਿੱਧਰ ਗਏ ਜਿਹਨੇ ਤੈਨੂੰ ਜਨਮ ਦਿੱਤਾ ਸੀ। ਕਹਿੰਦੇ ਤੈਂ ਪਾਛੋਂ ਉਹ ਲੱਦ ਗਏ। ਕਹਿੰਦੇ ਤੈਨੂੰ ਜਨਮ ਦੇਣ ਤੋਂ ਬਾਅਦ
ਉਹ ਵੀ ਚਲੇ ਗਏ। ਤੂੰ ਅਜੇ ਨਾ ਪਤੀਣੀ ਹੋਈ, ਕਹਿੰਦੇ ਤੈਨੂੰ ਹਜੇ ਵੀ ਨਹੀਂ ਪਤਾ, ਤੂੰ ਹਜੇ ਵੀ ਚੱਜ ਦਾ ਕੰਮ ਨਹੀਂ ਕਰਦਾ। ਤੇ ਇਹਨਾਂ ਬਜ਼ੁਰਗਾਂ ਨੇ ਜਿਨ੍ਹਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆ, ਕਹਿੰਦੇ ਮਾਤਾ ਤਾਪ ਕੌਰ ਦੀ ਜਗ੍ਹਾ ਤੇ ਬਹੁਤ ਸੇਵਾ ਕੀਤੀ। ਤੇ ਜਿਹਨੇ ਉੱਥੇ ਸੇਵਾ ਕੀਤੀ ਹੋਵੇ ਭਾਈ, ਉਹਦੀ ਫਿਰ ਉਮਰ ਕਿਉਂ ਨਾ ਵਧੇ? ਉਹ ਤਾਂ ਜਗ੍ਹਾ ਹੀ ਬੜੀ ਸ਼ਕਤੀ ਵਾਲੀ ਹੈ, ਬੜੀ ਵਧੀਆ ਜਗ੍ਹਾ ਹੈ। ਉੱਥੇ ਜਾ ਕੇ ਤਾਂ ਕੋਈ ਵੀ ਬੰਦਾ ਬਹਿ ਜਾਏ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ, ਬਹੁਤ ਵਧੀਆ ਜਗ੍ਹਾ। ਉਸ ਸਥਾਨ ਤੇ ਵੀ ਕਹਿੰਦੇ ਇਸ ਬਾਬਾ ਜੀ ਨੇ ਬਹੁਤ ਸੇਵਾ ਕੀਤੀ, ਬਾਬਾ ਗੁਰਜੰਟ ਸਿੰਘ ਜੀ ਨੇ। ਤੇ ਫਿਰ ਸਾਡਾ ਫਰਜ਼ ਵੀ ਬਣਦਾ ਹੈ ਭਾਈ, ਸਾਡੇ ਸਤਿਗੁਰੂ ਜੀ ਵੀ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਕਹਿੰਦੇ ਸਿਮਰਨ ਕਰਨਾ ਹੈ ਤਾਂ ਸਿਮਰਨ ਕਰ ਲੈ। ਨਿਸ ਦਿਨ ਮੈਂ ਪ੍ਰਾਣੀ, ਕਹਿੰਦੇ ਛਿਨ ਛਿਨ ਆਉਦ ਬਿਹਾਂਤ ਹੈ ਫੂਟੇ ਘਟ ਜਿਉ ਪਾਣੀ। ਜਿੱਦਾਂ ਇੱਕ ਟੁੱਟੇ ਹੋਏ ਘੜੇ ਦੇ ਵਿੱਚ ਪਾਣੀ ਹੁੰਦਾ ਨਾ, ਆਪਾਂ ਨੂੰ ਪਤਾ ਹੀ ਹੈ, ਮਾਈਆਂ ਨੂੰ ਪਤਾ, ਬਜ਼ੁਰਗਾਂ ਨੂੰ ਵੀ ਪਤਾ ਹੈ। ਜਦੋਂ ਆਪਾਂ ਘੜਾ ਲੈਂਦੇ ਹਾਂ ਉਹਨੂੰ ਖੜਕਾ ਕੇ ਵੇਖਦੇ, ਘੜੇ ਨੂੰ ਖੜਕਾ ਕੇ ਕਿਉਂ ਵੇਖਦੇ ਆ? ਉਹਦਾ ਪਤਾ ਲੱਗ ਜਾਂਦਾ ਜੇ ਕੱਚਾ ਹੈ ਜਾਂ ਪੱਕਾ ਹੈ। ਸਾਡਾ ਮਹਾਰਾਜ ਪਰਮਾਤਮਾ ਵੀ ਜਦੋਂ ਸਾਨੂੰ ਇਸ ਦੁਨੀਆ ਤੇ ਭੇਜਦਾ ਨਾ, ਫਿਰ ਉਹ ਖੜਕਾ ਕੇ ਵੇਖਦਾ ਵੀ ਇਹ ਕੱਚਾ ਹੈ ਕਿ ਪੱਕਾ ਹੈ, ਇਹ ਕਿੰਨਾ ਕੁ ਟਾਈਮ ਕੱਢੂਗਾ। ਹੁਣ ਮਾਈਆਂ ਘੜੇ ਦੀ ਜੱਜਮੈਂਟ ਕਰ ਹੀ ਦਿੰਦੀਆਂ। ਇਸੇ ਘੜੇ ਦੀ ਉਦਾਹਰਨ ਹੀ ਸਾਡੇ ਸਰੀਰ ਨੂੰ ਦਿੱਤੀ ਗਈ ਹੈ ਬਾਣੀ ਦੇ ਵਿੱਚ। ਚੇਤਨਾ ਹੈ ਤੋ ਚੇਤ ਲੈ ਨਿਸ਼ ਦਿਨ ਮੈਂ ਪ੍ਰਾਣੀ, ਉਹ ਛਿਨ ਛਿਨ ਆਉਦ ਬਿਹਾਂਤ ਹੈ ਫੂਟੇ ਘਟ ਜੋ ਬਾਣੀ। ਸਾਡੀ ਬਾਣੀ ਤਾਂ ਸਾਨੂੰ ਇਹੀ ਕਹਿੰਦੀ ਹੈ ਹੋ ਜਿਵੇਂ ਤਿੜਕੇ ਕੜੇ ਦਾ ਪਾਣੀ। ਕਾਹਦਾ ਮਾਣ ਕਰਦੇ ਫਿਰਦੇ ਆ? ਪੁੱਤਰਾਂ ਧੀਆਂ ਦਾ, ਜ਼ਮੀਨਾਂ ਜਾਇਦਾਦਾਂ ਦਾ, ਕੋਠੀਆਂ ਕਾਰਾਂ ਦਾ ਕਾਹਦਾ ਮਾਣ ਕਰਦੇ? ਮਾਂ ਕਹਿੰਦੀ ਅੱਜ ਮੇਰਾ ਪੁੱਤਰ ਇੰਨੇ ਸਾਲ ਦਾ ਹੋ ਗਿਆ, ਉਹਨੂੰ ਚਾਅ ਹੋ ਗਿਆ। ਤੇ ਪਰ ਉਹਨੂੰ ਇਹ ਨਹੀਂ ਪਤਾ ਕਿ ਉਮਰ ਵੱਧਦੀ ਹੀ ਉਮਰ ਘਟਦੀ ਹੀ ਜਾਂਦੀ ਹੈ। ਛਿਨ ਛਿਨ ਆਉਦ ਬਿਹਾਂਤ ਹੈ ਫੂਟੇ ਘਟ ਜਿਉ ਪਾਣੀ। ਉਹ ਜਿਵੇਂ ਤਿੜਕੇ ਕੜੇ ਦਾ ਪਾਣੀ। ਬੜੇ ਆਏ ਤੇ ਬੜਿਆਂ ਨੇ ਚਲੇ ਜਾਣਾ। ਆ ਸੁਣਿਓ, ਬੜੇ ਆਏ ਤੇ ਬੜਿਆਂ ਨੇ ਚਲੇ ਜਾਣਾ। ਇੱਥੇ ਬੈਠਣਾ ਨਹੀਂ ਕੋਈ ਪੈਰ ਲਾ ਕੇ। ਕਹਿੰਦੇ ਇਸ ਦੁਨੀਆ ਤੇ ਕਿਸੇ ਨੇ ਪੱਕੇ ਪੈਰ ਥੋੜੋ ਲਾ ਜਾਣੇ ਆ। ਬੜੇ ਆਏ ਤੇ ਬੜਿਆਂ ਨੇ ਚਲੇ ਜਾਣਾ। ਹੁਣ ਨਿੱਤ ਜੰਮਦੇ ਆ ਤੇ ਨਿੱਤ ਮਰਦੇ ਆ। ਬੜੇ ਆਏ ਤੇ ਬੜਿਆਂ ਨੇ ਚਲੇ ਜਾਣਾ। ਕਿਸੇ ਬੈਠਣਾ ਨਹੀਂ ਉਹ ਪੈਰ ਲਾ ਕੇ। ਮੌਤ ਆਉਣੀ ਐ ਇਹਦਾ ਕੋਈ ਟਾਈਮ ਹੀ ਨਹੀਂ। ਭਾਵੇਂ ਸੁਬਾਹ ਸ਼ਾਮ ਭਾਵੇਂ ਦੁਪਹਿਰ ਆਵੇ। ਮਨਾ ਮੂਰਖਾ ਸਮੇਂ ਨੂੰ ਸਾਂਭ ਲੈ ਤੂੰ। ਕੋਈ ਮਨਾ ਮੂਰਖਾ, ਮੌਤ ਤਾਂ ਇੱਕ ਦਿਨ ਆਉਣੀ ਹੈ, ਭਲਾ ਸੁਬਾਹ ਆ ਜੇ, ਭਲਾ ਸ਼ਾਮ ਨੂੰ ਆ ਜੇ, ਭਾਵੇਂ ਦੁਪਹਿਰ ਨੂੰ ਆ ਜੇ। ਮਨਾ ਮੂਰਖਾ ਸਮੇਂ ਨੂੰ ਸਾਂਭ ਲੈ ਤੂੰ। ਇੱਕ ਇਹੀ ਚੀਜ਼ ਐ ਜੋ ਸਮੇਂ ਬਗੈਰ ਆਵੇ। ਇਹ ਦੱਸ ਕੇ ਨਹੀਂ ਆਉਂਦੀ। ਉਹ ਜਿਵੇਂ ਤਿੜਕੇ ਘੜੇ ਦਾ ਪਾਣੀ। ਉਮਰ ਤੇਰੀ ਜਾਵੇ ਬੀਤਦੀ। ਤਿੜਕੇ ਘੜੇ ਦਾ ਪਾਣੀ। ਉਮਰ ਤੇਰੀ ਜਾਵੇ ਬੀਤਦੀ। ਜਿਵੇਂ ਤਿੜਕੇ ਘੜੇ ਦਾ ਪਾਣੀ। ਉਮਰ ਤੇਰੀ ਜਾਵੇ ਬੀਤਦੀ। ਜਿਵੇਂ ਤਿੜਕੇ ਘੜੇ ਦਾ ਪਾਣੀ। ਉਮਰ ਤੇਰੀ ਜਾਵੇ ਬੀਤਦੀ। ਜਿਵੇਂ ਤਿੜਕੇ ਘੜੇ ਦਾ ਪਾਣੀ।
ਘੜੇ ਦੇ ਵਿੱਚੋਂ ਪਾਣੀ ਸਿਮਦਾ ਜਾਂਦਾ ਹੈ ਨਾ, ਉਵੇਂ ਉਵੇਂ ਸਾਡੇ ਸਤਿਗੁਰੂ ਜੀ ਕਹਿੰਦੇ ਨੇ ਤੇਰੀ ਇਹ ਉਮਰ ਘਟਦੀ ਜਾਂਦੀ ਹੈ। ਫਿਰ ਕਾਹਦਾ ਮਾਣ ਕਰਨਾ? ਇੱਥੇ ਤਾਂ ਰਾਵਣ ਵਰਗੇ ਨਹੀਂ ਰਹੇ, ਪਰ ਅਸੀਂ ਕਿਹਦੇ ਵਿਚਾਰੇ? ਸਿਕੰਦਰ ਬਾਦਸ਼ਾਹ ਨੇ ਕਿਹਾ, ਕਹਿੰਦੇ ਵੀ ਦੁਨੀਆ ਜਿੱਤਣ ਵਾਸਤੇ ਆਇਆ ਸੀ ਸਿਕੰਦਰ ਬਾਦਸ਼ਾਹ, ਤੇ ਉਹ ਵੀ ਇਸ ਦੁਨੀਆ ਤੋਂ ਖਾਲੀ ਹੱਥ ਹੀ ਚੱਲਿਆ। ਰਾਵਣ ਵਰਗੇ ਆਏ ਜਿਨ੍ਹਾਂ ਵਾਸਤੇ ਬਾਣੀ ਕਹਿੰਦੀ ਹੈ ਲੰਕਾ ਕੜ ਸੋਨੇ ਦਾ ਭਇਆ। ਜਿਹੜੀ ਰਾਵਣ ਦੀ ਲੰਕਾ ਸੀ ਨਾ, ਲੰਕਾ ਦਾ ਮਤਲਬ ਹੁੰਦਾ ਏਰੀਆ ਜਿਹਦੇ ਵਿੱਚ ਬੰਦਾ ਰਹਿੰਦਾ ਹੈ, ਉਹ ਭਲਾ ਸੋਨੇ ਦੀ ਬਣੀ ਸੀ। ਰਾਵਣ ਦੀ ਲੰਕਾ ਗੜ ਸੋਨੇ ਦਾ ਭਇਆ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਮੂਰਖ ਰਾਵਣ ਕਿਆ ਰਹਿੰਦਾ। ਫਿਰ ਕਹਿੰਦੇ ਨੇ 1 ਲੱਖ ਪੂਤ 1.25 ਲੱਖ ਨਾਤੀ ਤੈ ਰਾਵਣ ਧਰ ਦੀਆ ਨੰਬਰ। ਹੁਣ ਦੇਖੋ ਜਿਹੜੇ ਬੰਦੇ ਦੇ ਨਾਲ, ਹੁਣ ਲੀਡਰਾਂ ਦੇ ਨਾਲ ਕਿੰਨੇ ਬੰਦੇ ਹੁੰਦੇ, ਜਾਂ ਚਲੋ ਆਪਣੇ ਪਿੰਡ ਵਿੱਚ ਹੀ ਲਾ ਲਓ, ਆਪਣੇ ਨਾਲ 100 ਬੰਦਾ ਖੜਦਾ, 100 ਬੰਦੇ ਦਾ ਬੱਚਾ ਨਾ ਦੇਖ ਲਓ, ਜੇ ਇੱਕ ਬੰਦੇ ਦੇ 2 ਬੱਚੇ ਆ ਤਾਂ 200 ਬੱਚਾ ਹੋ ਗਿਆ, 300 ਹੋ ਗਿਆ। ਫਿਰ ਗਾਂ ਉਹਨਾਂ ਦੇ ਬੱਚੇ ਏਦਾਂ ਹੀ ਚੱਲਦਾ ਹੁੰਦਾ। ਕਹਿੰਦੇ ਰਾਵਣ ਦਾ 1 ਲੱਖ ਪੁੱਤਰ ਸੀ ਤੇ 1.25 ਲੱਖ ਪੋਤਰਾ ਸੀ। 1 ਲੱਖ ਪੂਤ 1.25 ਲੱਖ ਨਾਤੀ। ਹੁਣ ਤੁਸੀਂ ਦੇਖ ਲਓ ਵੀ ਗਾਂ ਉਹਨਾਂ ਦੀਆਂ ਰਿਸ਼ਤੇਦਾਰੀਆਂ ਦੇ ਕਿੰਨੇ ਬਣਦੇ ਹੁੰਦੇ। ਪਰ ਕਹਿੰਦੇ ਤੈ ਰਾਵਣ ਘਰ ਦੀਆ ਨਾ ਬਾਤੀ। ਕਹਿੰਦੇ ਜਦੋਂ ਰਾਵਣ ਚੱਲ ਗਿਆ ਨਾ, ਮਰ ਗਿਆ, 1.25 ਲੱਖ ਪੋਤਰਾ ਸੀ ਨਾਲੇ 1 ਲੱਖ ਪੁੱਤਰ ਸੀ, ਤੇ ਪਰ ਰਾਵਣ ਦੇ ਮਰ ਜਾਣ ਬਾਅਦ ਕੋਈ ਦੀਵਾ ਬੱਤੀ ਜਗਾਉਣ ਵਾਲਾ ਨਹੀਂ ਰਿਹਾ। ਤੈ ਰਾਵਣ ਘਰ ਦੀਆ ਨਾ ਬਾਤੀ। ਕਹਿੰਦੇ ਦੀਵਾ ਬੱਤੀ ਜਗਾਉਣ ਵਾਲਾ ਨਹੀਂ ਰਿਹਾ। ਮਾਣ ਕਰਦਾ ਸੀ ਰਾਵਣ ਵੀ ਮੇਰੇ ਵਰਗਾ ਕੋਈ ਹੈ ਨਹੀਂ। ਦੁਰਯੋਧਨ ਦੇ ਸਿਰ ਤੇ 12 ਜੋਜਨ ਦਾ ਸ਼ਤਰ ਝੁਲਦਾ ਸੀ। ਮੇਰੀ ਕਹਿਰੋ करते दुर्योधन से भाई 12 जोजन शतर चले था। देही गिरज ना खाई। कहते ਉਹਦੀ ਦੇਹੀ ਨੂੰ ਬਾਅਦ ਚ ਗਿਰਜਾ ਨਹੀਂ ਖਾਤਾ। ਅਸੀਂ ਕਿਹਦੇ ਵਿਚਾਰੇ ਹਾਂ? ਅਸੀਂ ਤਾਂ ਬੜੇ ਛੋਟੇ ਲੈਵਲ ਤੇ ਆ ਭਾਈ। ਇਸ ਕਰਕੇ ਉਸ ਰੱਬ ਨੂੰ ਯਾਦ ਕਰੀਏ, ਉਸ ਅਕਾਲ ਪੁਰਖ ਨੂੰ ਯਾਦ ਕਰੀਏ, ਤਾਂ ਕਿ ਸਾਡਾ ਜਿਹੜਾ ਸਮਾਂ ਹੈ ਉਹ ਸੌਖਾ ਰਹੇ। ਅੱਜ ਭੈੜੀ ਬਿਮਾਰੀ ਚੱਲਦੇ ਕਰਕੇ ਬੜੇ ਭੈੜੇ ਹਾਲਾਤ ਆ ਲੋਕਾਂ ਦੇ, ਕੰਮਕਾਰ ਬੰਦ ਹੋਏ ਪਏ ਆ। ਇੱਕ ਨਾ ਮੈਂ ਵਿਚਾਰ ਕਰਨੀ ਤੁਹਾਡੇ ਨਾਲ ਵੀ ਆਹ ਜਿਹੜਾ ਹੁਣ ਆਪਾਂ ਨੂੰ ਸਰਕਾਰ ਵੱਲੋਂ ਬੜਾ ਵੱਡਾ ਧੱਬਾ ਲੱਗਿਆ ਕਿਸਾਨ ਭਰਾਵਾਂ ਨੂੰ, ਮੈਂ ਤਾਂ ਇਹ ਗੱਲ ਕਹਿੰਦਾ ਹੁੰਦਾ ਕਿ ਇਕੱਲੇ ਕਿਸਾਨਾਂ ਦਾ ਕੰਮ ਨਹੀਂ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਬੀਬੀ ਤੱਕ, ਭਾਵੇਂ ਉਹ ਗਰੀਬ ਹੈ ਭਾਵੇਂ ਅਮੀਰ ਆ, ਇਹ ਨਾ ਸੋਚਿਓ ਯਾਰ ਇਕੱਲੇ ਜ਼ਿਮੀਂਦਾਰ ਹੀ ਆ ਜਿਹੜੇ ਪੈਲੀ ਸਾਂਭਦੇ ਆ। ਤੇ ਭਰਾਵੋ ਜੀ ਜ਼ਿਮੀਂਦਾਰ ਪੈਲੀ ਨੂੰ ਬੀਜਦੇ ਆ, ਆਪਾਂ ਤਾਂ ਹੀ ਦਿਹਾੜੀ ਜਾਂਦੇ ਕਿ ਉਹਨਾਂ ਦੀ ਪੈਲੀ ਵਿੱਚ ਕੰਮ ਹੁੰਦਾ। ਸੁਣਿਓ ਧਿਆਨ, ਇਹ ਨਾ ਸੋਚਿਓ ਵੀ ਹਨੀ ਬਾਬਾ ਕਿੱਧਰ ਨੂੰ ਲੈ ਜਾਏਗਾ। ਅੱਜ ਦੇ ਸਮੇਂ ਦੀ ਗੱਲ ਕਰਦਾ ਮੈਂ ਜਿਹੜਾ ਚੱਲ ਰਿਹਾ। ਇੱਕ ਤਾਂ ਕਰੋਨਾ ਦੀ ਮਹਾਮਾਰੀ ਆਪਣੇ ਚ ਆ ਗਈ, ਇੱਕ ਆ ਮੋਦੀ ਦਾ ਪਿੱਟ ਸਿਆਪਾ ਜਿਹੜਾ ਉਹਨੇ ਆ ਜਿਹੜਾ ਸਿਸਟਮ ਸਾਡੇ ਤੇ ਲਿਆ ਕੇ ਘੱਬਾ ਲਾ ਦਿੱਤਾ। ਇਹ ਸਮਾਂ ਸਾਡੇ ਤੇ ਬਹੁਤ ਮਾੜਾ ਹੈ, ਦਿਨੋਂ ਦਿਨ ਸਾਨੂੰ ਖਾਂਦਾ ਜਾ ਰਿਹਾ ਇਹ ਸਿਸਟਮ। ਸਮਝੋ ਯਾਰ ਇਸ ਗੱਲ ਨੂੰ। ਮੈਂ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਸੀ ਯਾਰ ਜੇ ਕੋਸ਼ਿਸ਼ ਕਰੀ ਤੂੰ ਬੋਲਦੀ ਜ਼ਰੂਰ। ਮੈਂ ਕਿਹਾ ਕੋਈ ਗੱਲ ਨਹੀਂ, ਬੰਦੇ ਦਾ ਕੰਮ ਹੀ ਬੋਲਣਾ ਹੁੰਦਾ। ਇਹ ਨਹੀਂ ਮੈਂ ਤੁਹਾਨੂੰ ਇੱਥੇ ਸਾਖੀਆਂ ਸੁਣਾਤੀਆਂ 10 ਤੇ ਮੈਂ ਸੁਣਾ ਕੇ ਵਾਜਾ ਵਜਾ ਕੇ ਭੱਜ ਗਿਆ। ਭਾਈ ਜੇ ਤੁਹਾਡੇ ਕੋਲੇ ਫਸਲ ਨਾ ਹੋਊਗੀ, ਤੁਹਾਡੇ ਕੋਲ ਜ਼ਮੀਨ ਜਾਇਦਾਦ ਨਾ ਹੋ ਤਾਂ ਸਾਥੋਂ ਕੀਰਤਨ ਕਿਹਨੇ ਕਰਾਉਣਾ? ਵੱਡੀ ਗੱਲ ਕੀ, ਕੀਰਤਨ ਦੀ ਗੱਲ ਛੱਡੋ, ਜੇ ਜ਼ਿਮੀਂਦਾਰ ਕੋਲੇ ਜ਼ਮੀਨ ਨਾ ਹੋ ਤਾਂ ਉਹਨੇ ਦਿਹਾੜੀ ਕਿੱਥੇ ਲੈ ਜਾਣਾ ਕਿਸੇ ਗਰੀਬ ਨੂੰ? ਅੱਜ ਕਈ ਬੰਦੇ ਇੱਦਾਂ ਸੋਚੀ ਬੈਠੇ ਨਾ ਜ਼ਿਮੀਂਦਾਰਾਂ ਦਾ ਕੰਮ ਹੈ ਯਾਰ ਆਪਾਂ ਕਿਉਂ ਜਾਣਾ। ਨਹੀਂ, ਸਾਰਿਆਂ ਦਾ ਸਾਂਝਾ ਹੈ ਭਾਈ। ਜੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਕੋਈ ਫਸਲ ਨਾ ਉਗਾਊਗਾ ਤਾਂ ਅਸੀਂ ਖਾਵਾਂਗੇ ਕਿੱਥੋਂ ਯਾਰ? ਇਸ ਕਰਕੇ ਸਾਨੂੰ ਸੋਚਣਾ ਚਾਹੀਦਾ, ਜਿੱਥੇ ਵੀ ਇਹ ਵਿਰੋਧ ਹੁੰਦਾ ਜਿਹੜਾ ਚੀਜ਼ ਦਾ, ਇਸਦਾ ਡਟ ਕੇ ਵਿਰੋਧ ਕਰਨਾ ਚਾਹੀਦਾ। ਕੋਈ ਇਹ ਚੀਜ਼ ਨਾ ਸੋਚੇ ਵੀ ਇਕੱਲੇ ਜ਼ਿਮੀਂਦਾਰਾਂ ਦਾ ਕੰਮ ਆ, ਮੈਂ ਤਾਂ ਰਮਦਾਸੀਆ ਸਿੱਖ ਹਾਂ ਜੀ, ਮੈਂ ਤਾਂ ਮਜ਼੍ਹਬੀ ਸਿੱਖ ਹਾਂ ਜੀ, ਮੈਨੂੰ ਤਾਂ ਦਿਹਾੜੀ ਪੈਣੀ ਜਾਣੀ ਹੈ। ਦਿਹਾੜੀ ਤਾਂ ਹੀ ਮਿਲਦੀ ਹੈ ਨਾ ਜੇ ਕੰਮ ਕਰਵਾਉਂ ਸਾਨੂੰ। ਪਰ ਜ਼ਿਮੀਂਦਾਰ ਵਿਚਾਰੇ ਰੋਡਾਂ ਤੇ ਧਰਨੇ ਲਾਉਂਦੇ ਫਿਰਦੇ, ਸਾਡਾ ਫਰਜ਼ ਬਣਦਾ ਭਾਈ ਉਹਨਾਂ ਦਾ ਸਾਥ ਦੇ। ਇਹ ਵੀ ਇੱਕ ਚੰਗੇ ਕੰਮ ਹੀ ਹੈ, ਕਿਸੇ ਦੇ ਨਾਲ ਖੜ ਜਾਣਾ। ਹੁਣ ਜੇ ਜ਼ਿਮੀਂਦਾਰ ਸਾਡੇ ਕੋਲੇ ਕਣਕ ਨਾ ਹੋਵੇ ਘਰੇ, ਪਿੰਡ ਦੇ ਵਿੱਚ ਜਿਹੜੇ ਜ਼ਿਮੀਂਦਾਰ ਦੇ ਕੰਮ ਕਰਦੇ ਆ, ਜੇ ਉਹਨੂੰ ਕਹਿ ਦਈਏ ਭਾਈ ਸਾਨੂੰ 4 ਕੁਆਂਟਲ ਕਣਕ ਚਾਹੀਦੀ ਹੈ, ਜੇ ਹੋਈ ਵਿਚਾਰੇ ਦੇ ਡਰਮ 'ਚ ਸਾਨੂੰ ਦੇਊ ਜ਼ਰੂਰ, ਜੇ ਆਪਣੇ ਘਰ ਵਿੱਚ ਹੋਵੇ। ਤੇ ਜੇ ਪਿਆਰਾ ਉਹਦੇ ਕੋਲੇ ਨਹੀਂ ਹੋਈ, ਜਦ ਆਪਾਂ ਉਹਦੇ ਨਹੀਂ ਖੜਦੇ। ਹੁਣ ਵਕਤ ਪਿਆ ਵਾ ਇੱਕ ਸਮੇਂ ਦਾ ਆਪਣੇ ਤੇ,
ਸਾਰਿਆਂ ਤੇ, ਮੈਂ ਇਹ ਨਹੀਂ ਕਹਿੰਦਾ ਇਕੱਲੇ ਜ਼ਿਮੀਂਦਾਰਾਂ ਤੇ ਪਿਆ, ਸਾਰਿਆਂ ਦੇ ਪਿਆ ਤੇ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਸਾਰਿਆਂ ਦੇ ਨਾਲ ਰਹਿਣਾ ਚਾਹੀਦਾ। ਕਹਿੰਦੇ ਸੱਜਣ ਮਿੱਤਰ ਉਹੀ ਹੁੰਦਾ ਜਿਹੜਾ ਚੰਗੇ ਕੰਮ ਦੇ ਵਿੱਚ ਨਾਲ, ਮਾੜੇ ਵੇਲੇ ਦੇ ਵਿੱਚ ਚੰਗਾ ਕੰਮ ਵੇਲੇ ਨਾਲ। ਹੁਣ ਚੰਗੇ ਵੇਲੇ ਵਿੱਚ ਤਾਂ ਬਥੇਰੇ ਮਾੜੇ ਚੰਗੇ ਹੁੰਦੇ, ਵਿਆਹ ਵੇਲੇ ਬਹੁਤ ਹੁੰਦੇ ਨੇ ਜਿਹੜੇ ਭੰਗੜੇ ਪਾਉਣ ਵਾਲੇ ਹੁੰਦੇ ਨੇ, ਆਪਾਂ ਨੂੰ ਪਤਾ ਹੀ ਹੈ। ਤੇ ਉਹੀ ਜੇ ਕਿਤੇ ਹੁਣ ਜ਼ਿਮੀਂਦਾਰ ਭਰਾ ਕਹਿਣ ਸਾਡੀ ਫਸਲ ਬਹੁਤ ਹੋਈ ਹੈ, ਅਸੀਂ ਲੰਗਰ ਲਾਉਣਾ, ਮੇਰੇ ਵਰਗਾ ਬਾਲਟੀਆਂ ਚੱਕ ਚੱਕ ਕੇ ਗਏ ਤੇ ਲਾਉਣਗੇ ਤਾਂ ਯਾਰ ਤਾਂ ਹੀ ਜੇ ਉਹਨਾਂ ਕੋਲ ਕੁਝ ਹੋਊਗਾ। ਇਸ ਕਰਕੇ ਜੇ ਉਹ ਆਪਣੇ ਨਾਲ ਚੰਗੇ ਸਮੇਂ ਵਿੱਚ ਖੜਦੇ ਆ ਤੇ ਆਪਾਂ ਵੀ ਉਹਨਾਂ ਦੇ ਮਾੜੇ ਸਮੇਂ ਵਿੱਚ ਸਾਥ ਦੇਈਏ। ਜ਼ਰੂਰ ਇਸ ਗੱਲ ਨੂੰ ਧਿਆਨ ਰੱਖਿਓ। ਇਹ ਨਾ ਕਹਿਓ ਵੀ ਕੀ ਬੈਠ ਕੇ ਬਹਿ ਗਿਆ। ਮੈਂ ਤਾਂ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਵੀ ਜਿੱਥੇ ਵੀ ਕਿਤੇ ਧਰਨੇ ਲੱਗਦੇ ਆ, ਕਿਤੇ ਰੋਸ ਮਾਰਚ ਹੁੰਦਾ, ਆਪਾਂ ਸਾਰਿਆਂ ਦੇ ਨਾਲ ਜਾਈਏ। ਚੁਬੜੀ ਦਾ ਦਰਿਆ ਭਰ ਜਾਂਦਾ। ਇਹ ਸਰਕਾਰਾਂ ਨੂੰ ਮੰਨਣੀ ਪੈਣੀ ਹੈ ਗੱਲ, ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਰੋਡਾਂ ਤੇ ਆ। ਹੁਣ ਕੰਮਕਾਰ ਕਿਸੇ ਦਾ ਨਹੀਂ ਚੱਲਦਾ ਤੇ ਜ਼ਰੂਰੀ ਹੈ ਆਪਾਂ ਇਹਨਾਂ ਦਾ ਸਾਥ ਦੇਈਏ। ਜ਼ਰੂਰੀ ਹੈ ਕਿ ਅਸੀਂ ਸਮਾਂ ਇਹਨਾਂ ਨੂੰ ਜਿਹੜਾ ਉਹ ਇਹਨਾਂ ਵਾਸਤੇ ਸਮਾਂ ਦੀ ਕੱਢੀਏ। ਪਰ ਦੇਖੋ ਜੇ ਕਰੋਨਾ ਵਾਇਰਸ ਦੇ ਵਿੱਚ ਝੋਨਾ ਨਾ ਲੱਗਦਾ ਤਾਂ ਗਰੀਬਾਂ ਦਾ ਕੀ ਹਾਲ ਹੋਣਾ ਸੀ। ਕਿਸੇ ਕੋਲੇ ਪੈਸੇ ਹੋਣੇ ਸੀ ਨਹੀਂ। ਕਹਿੰਦੇ ਸੀ ਪੰਜਾਬ ਵਿੱਚ ਭਈਆ ਨਹੀਂ ਆਇਆ ਤਾਂ ਕਰਕੇ ਸਾਡੇ ਲੋਕਾਂ ਨੇ ਵਿਚਾਰੇ ਨੇ ਕਮਾਈ ਕਰਨੀ। ਕਮਾਈ ਦਾ ਯਾਰ ਅਸੀਂ ਤਾਂ ਹੀ ਕੀਤੀ ਨਾ ਜੇ ਜ਼ਿਮੀਂਦਾਰਾਂ ਨੇ ਲਵਾਇਆ ਤੇ ਜੇ ਜ਼ਿਮੀਂਦਾਰਾਂ ਨੂੰ ਆਪਦੀ ਫਸਲ ਦਾ ਰੇਟ ਹੀ ਸਹੀ ਮਿਲਿਆ, ਉਹ ਫਿਰ ਗਾਂ ਨੂੰ ਕਿੱਥੇ ਲਾਉਣਗੇ। ਅਸੀਂ ਤਾਂ ਹੁਣ ਆਪਦੀ ਮਰਜ਼ੀ ਨਾਲ, ਮਾਫ ਕਰਿਓ, ਹੁਣ ਸਾਰਿਆਂ ਨੇ ਆਪਦੀ ਮਰਜ਼ੀ ਨਾਲ ਰੇਟ ਲਏ ਆ ਝੋਨੇ। ਕੋਈ ਕਹਿੰਦਾ ਸੀ ਕਿ ਮੈਂ 5000 ਨੂੰ ਲਾਵਾਂਗੇ ਅਸੀਂ ਕਿੱਦਾਂ, ਕੋਈ ਕਹਿੰਦਾ ਅਸੀਂ 4000 ਨੂੰ ਲਾਵਾਂਗੇ। ਅੱਜ ਕਿਉਂ ਨਹੀਂ ਖੜਦੇ ਯਾਰ ਨਾਲ ਜਦੋਂ ਵਕਤ ਆ ਗਿਆ? ਅੱਜ ਦੇ ਸਮੇਂ 'ਚ ਵੀ ਨਾਲ ਖੜੋ, ਕਿਉਂਕਿ ਮਾੜੇ ਸਮੇਂ ਦੇ ਵਿੱਚ, ਔਖੇ ਸਮੇਂ ਦੇ ਵਿੱਚ ਇਹ ਸਾਡੇ ਨਾਲ ਖੜੇ ਆ। ਸਾਨੂੰ ਇਹਨਾਂ ਫੇਸਬੁੱਕ ਤੇ ਲਾਈਵ ਵੀ ਚੱਲਦਾ ਹੈ। ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਜਿਹੜਾ ਇਹ ਕੀਰਤਨ ਨੂੰ ਸੁਣ ਰਿਹਾ, ਜਿਹੜਾ ਇਸ ਵੀਡੀਓ ਨੂੰ ਦੇਖ ਰਿਹਾ, ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਨਾ, ਮਾੜਾ ਵਕਤ ਇਨਸਾਨ ਤੇ ਜਦ ਆਣ ਪੈਂਦਾ ਸਭ ਰੱਸੀਆਂ ਦੇ ਬਣ ਡੱਸ ਜਾਂਦੇ। ਹੁਣ ਮਾੜਾ ਵਕਤ ਆਇਆ ਵਾ ਸਾਡੇ ਕਿਸਾਨਾਂ ਭਰਾਵਾਂ, ਭਲੇ ਬੁਰੇ ਦੀ ਰਹਿੰਦੀ ਨਾ ਪਰਖ ਉਦੋਂ, ਮਿੱਤਰਾਂ ਤੋਂ ਪਾਸਾ ਵੱਟ ਜਾਂਦੇ। ਅੱਜ ਜਿਹੜੇ ਪਾਸਾ ਵੱਟ ਗਏ ਨਾ, ਪਤਾ ਲੱਗ ਜਾਣਾ ਵੀ ਕਿਹੜਾ ਸਾਡੇ ਨਾਲ ਖੜਿਆ ਤੇ ਕਿਹੜਾ ਨਹੀਂ ਖੜਿਆ। ਬੜੇ ਵੋਟਾਂ ਲੈਣ ਸਾਡੇ ਘਰ ਦੇ ਵਿੱਚ ਆਉਂਦੇ ਸੀ, ਮਾਫ ਕਰਿਓ, ਬੜੇ ਆਉਂਦੇ ਸੀ। ਪਰ ਫਾਇਦਾ ਤਾਂ ਜੇ ਅੱਜ ਇਕੱਠੇ ਹੋ ਕੇ ਸਾਰੇ ਕਹਿਣ ਚਲੋ ਬਈ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਆਪਾਂ ਧਰਨਾ ਲਾਉਂਦੇ ਹਾਂ। ਭਲੇ ਬੁਰੇ ਦੀ ਰਹਿੰਦੀ ਨਾ ਪਰਖ ਉਦੋਂ, ਕਹਿੰਦੇ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ। ਚੱਕਰ ਭਾਵੀ ਦਾ ਜਿਨ੍ਹਾਂ ਤੇ ਆਣ ਪੈਂਦਾ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ। ਤੇ ਮਰਨਾ ਯਾਦ ਹੈ ਜਿਨ੍ਹਾਂ ਨੂੰ ਸਾਈ ਲੋਕਾਂ ਲਾ ਇਸ ਜਹਾਨ ਚੋਂ ਖੱਟ ਜਾਂਦੇ। ਹੁਣ ਯਾਦ ਰੱਖਿਓ ਵੀ ਸਾਰਿਆਂ ਦੇ ਨਾਲ ਰਲ ਮਿਲ ਕੇ ਰਹਿਣਾ। ਸੋ ਆਓ ਕੀਰਤਨ ਕਰਦਿਆਂ ਤੋਂ, ਗੁਰਬਾਣੀ ਪੜ੍ਹਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਸੰਗਤ ਨੂੰ, ਅੱਧੀ ਸੰਗਤ ਨੂੰ ਤਾਂ ਪਤਾ ਹੀ ਹੈ, ਸਮਾਜ ਵਾਲੀ ਸੰਗਤਾਂ ਨੂੰ ਵੀ ਪਤਾ ਹੀ ਹੈ, ਬਾਹਰ ਜਾ ਕੇ ਮੈਂ ਬੇਨਤੀ ਕਰਦਾ ਹੁੰਦਾ ਪਿੰਡ ਵੀ ਭਾਈ ਮੈਨੂੰ ਜਿਹੜਾ ਦਿਖਦਾ ਉਹ ਬਹੁਤ ਘੱਟ ਦਿਖਦਾ। ਸੁਣਿਓ, ਜਿੰਨੀ ਵੀ ਗੁਰੂ ਜੀ ਦੀ ਬਾਣੀ ਹੈ, ਬਾਣੀ ਦੀ ਵਿਚਾਰ ਹੈ, ਸਾਰੀ ਮੈਂ ਸੁਣ ਕੇ ਯਾਦ ਕਰਦਾ। ਕੋਈ ਬਾਣੀ ਦਾ ਅੱਖਰ ਬੋਲਦਿਆਂ ਤੋਂ, ਇਤਿਹਾਸ ਵਿਚਾਰ ਕਰਦੇ ਤੋਂ ਮੇਥੋਂ ਕੋਈ ਗਲਤੀ ਹੋਈ ਹੋਵੇ ਭਾਈ, ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਵੀ ਸਤਿਗੁਰੂ ਜੀ ਅੱਗੇ ਤੋਂ ਮਤ ਬੁੱਧ ਬਖਸ਼ੋ। ਤੇ ਸੰਗਤ ਤੋਂ ਮੈਂ ਬੇਨਤੀ ਕਰਦਾ ਵੀ ਖਿਮਾ ਕਰਨ ਦਿਓ। ਤੁਸੀਂ ਸੰਗਤ ਨੇ ਦੱਸਣਾ ਹੁੰਦਾ ਕੀ ਸਹੀ ਹੈ ਕੀ ਗਲਤ ਹੈ। ਕੀਰਤਨ ਕਰਦੇ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸੰਗਤ ਅਤੇ ਗੁਰੂ ਜੀ ਬਖਸ਼ਣ ਦਿੰਦਾ ਹੈ। ਸੋ ਇੱਕ ਮੈਂ ਬੇਨਤੀ ਕਰਨੀ ਸੀ ਕਿ ਆਪਣਾ YouTube ਤੇ ਚੈਨਲ ਬਣਿਆ ਹੋਇਆ ਹੈ। ਬਹੁਤ ਸੰਗਤਾਂ ਕਹਿੰਦੀਆਂ ਨੇ ਵੀ ਅਸੀਂ ਤੁਹਾਡੇ ਦੀਵਾਨ ਸੁਣਨੇ ਹੁੰਦੇ ਆ, ਤੇ ਉਹ ਫਿਰ ਮੁੰਡਿਆਂ ਨੇ ਚੈਨਲ ਬਣਾਤਾ ਸੀ। ਜੇ ਕਿਸੇ ਨੇ ਹੋਰ ਵੀ ਕੀਰਤਨ ਸੁਣਨਾ ਹੋਵੇ, ਖੁਸ਼ੀ ਗਮੀ ਦੇ ਵਿੱਚ ਕੋਈ ਪ੍ਰੋਗਰਾਮ ਕੀਰਤਨ ਦਾ, ਜਦੋਂ ਮਰਜ਼ੀ ਯਾਦ ਕਰੋ। ਆ ਮੁੰਡਿਆਂ ਕੋਲੇ ਗਿੰਦੇ ਵਰਗਿਆਂ ਕੋਲੇ ਨੰਬਰ ਹੈ, ਕਿਉਂਕਿ ਇਹ ਸਮਾਂ ਸਾਰਿਆਂ ਤੇ ਹੀ ਹੁੰਦਾ ਹੈ। ਅੰਤ ਸਮੇਂ ਨੂੰ ਸਭ ਨਹੀਂ ਜਾਣਦਾ। ਜਿਹਨੇ ਵੀ ਗਮੀ ਵੇਲੇ, ਖੁਸ਼ੀ ਵੇਲੇ ਯਾਦ ਕਰੋ, ਜਦੋਂ ਮਰਜ਼ੀ ਯਾਦ ਕਰੋ। ਤੁਹਾਡਾ ਦਾਸ ਤੁਹਾਡੇ ਜੋੜੇ ਝਾੜਨ ਵਾਸਤੇ ਹਾਜ਼ਰ ਹੈ। ਦਲਜੀਤ ਸਿੰਘ ਖਾਲਸਾ ਚੈਨਲ ਹੈ। ਕਿਸੇ ਨੇ ਪਹਿਲਾਂ ਕੀਰਤਨ ਸੁਣਨਾ ਹੋਵੇ, ਅੱਜ ਕੱਲ੍ਹ ਪਹਿਲਾਂ ਜੱਜਮੈਂਟ ਵਾਲੇ ਕਰਦੇ ਹੋ, ਕਰਨੀ ਵੀ ਚਾਹੀਦੀ ਹੈ ਵੀ ਇਹ ਬੰਦਾ ਕਿੱਦਾਂ ਬੋਲਦਾ, ਕਿਵੇਂ ਬੋਲਦਾ, ਕਿੰਨੇ ਕਿ ਇਹਨੂੰ ਸੁਣਦੇ ਆ। ਅੱਜ ਕੱਲ੍ਹ ਇਹ ਚੀਜ਼ ਵੱਧ ਗਈ ਮੀਡੀਆ ਤੇ ਮੈਂ ਬੇਨਤੀ ਕਰੂੰਗਾ ਸੜੀਆਂ ਜੋ ਹੋਵੇ ਸਾਹਿਬ ਸੋ ਪਿਛੜ ਜਾਣ ਵਾਲੀ ਨੂੰ ਕਹਿੰਦੀ ਹੈ ਮੇਰੇ ਵਾਸਤੇ ਅਰਦਾਸ ਕਰੋ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਕਿਹੜਾ ਪਾਉਣਾ, ਦੇਖੋ ਸੱਜਣ ਅਸੀਂ ਸੜੀਆਂ। ਅਰਦਾਸ ਦੇ ਵਿੱਚ ਇਹੀ ਕਹਿਣਾ, ਸਤਿਗੁਰੂ ਜੀ ਸਾਡੇ ਤੋਂ ਵਿਛੜ ਜਾਣ ਵਾਲੀ ਰੂਹ ਨੂੰ ਆਪਣੇ ਚਰਨਾਂ ਵਿੱਚ ਅਰਦਾਸ ਕਰਨੀ
करनी है भी अपने चरणों में निवास बख्शो पिछे परिवार को, उन्होंने पुत्रा धीआं को, दोस्तों मित्रों को भावना मनन का उद्यम ते बल बख्शो। सो आओ धारणा ला के उस तो बाद आनंद साहब पहला मैंने उन्होंने बेनती की सी भी आप 12:30 बजे सारी समाप्ति कर देनी है, ता करके 11:15 कीर्तन शुरू किया सी। सो हम 12:30 तो टाइम टापी जाना, पौने 1 के नेड़े जावड़ना अरदास हुक्मनामे देख वरतों ने। सो अभी एक धारणा ला के आनंद साहब दोबारा फिर कह दे मैं कीर्तन करने तो सतगुरु जी की बाणी पढ़दा मुश्किल ने कई भुला हो जांदियां ने गुरु ਅਤੇ गुरु की संगत बख्शण जो है बड़ी संगत वालों कीर्तन का सत्कार माया के नाल कीता गया, बैठ के कीर्तन सरवण करना कीता गया, रौले की आवाज़ नहीं आई। फायदा भी साडा आया तां ही है भाई जे विछड़ जाण वाली रूह वास्ते असीं गुरु के चरणों में बैठा भी सज के दुनिया भी जिहड़ा कीर्तन कर सकदा उसकी अरदास करदा है। पता नहीं किहड़ी रूह किन्ने चंगे कर्मां वाली इत्थे बैठी रूह अपने विच जिन्हें एक बारी कहता जाण वाली रूह दा भला हो जी उहदा भला हो जाना साडा फर्ज भी बनदा है। सो अमृत छकन गुरु वाले बनांगे तब मिलेगा कि ये लोग सुखिए पर लोग सहेले नानक हर प्रभ आपे मेले और अरदास करिए सतगुरु जी के चरणों में। मेरा होवे जी साहेब नाल मेला सम्मत सावा लिखिया मिलकर पावो तेर देखो सजने असी सड़ियां जो होवे साहिब स्यो मेल मेरा होवे जी साहिब नाल मेला देहो जी असी सड़ियां मेरा होवे जी साहिब नाल मेला देहो जी असी सड़ियां मेरा होवे जी साहिब नाल मेला देहो जी असी सड़ियां मेरा होवे जी साहिब नाल मेला देहो जी असी सड़ियां मेरा होवे जी साहिब नाल मेला साहिब नाल मेला जी साहिब नाल मेला देहो जी असी सड़ियां मेरा होवे जी साहिब नाल मेला देहो जी असी सड़ियां मेरा होवे जी साहिब नाल मेला देहो जी असी सड़ियां मेरा होवे जी साहिब नाल मेला देहो जी असी सड़ियां प्यारे जी देहो जी असी सड़ियां प्यारे ओ देहो जी असी सड़ियां प्यारे देहो जी असी सड़ियां प्यारे ओ देहो जी असी सड़ियां मेरा होवे जी साहिब नाल मेला देहो जी असी सड़ियां मेरा होवे जी साहिब नाल मेला देहो जी असी सड़ियां मेरा होवे जी साहिब नाल मेला देहो जी असी सड़ियां मेरा होवे जी साहिब नाल मेला देहो जी असी सड़ियां। सवाऊ जी आनंद साहब नाल जुड़िए सारे ने बोलना है उस तो बाद अरदास हुक्मनामे अगला प्रोग्राम दस्या जाएगा जी। सिद्धि वाहे गुरु एक ओंकार सतगुर प्रसाद राम कली महला तीजा आनंद ओंकार सतगुर प्रसाद आनंद पया मेरी माय सतगुरु मैं पाया सतगुर का पाया मैं से जीवन बनिया राग रतन परवार
होआ सतगुरु मैं पाया ये मन मेरा सदा रहो हर नामे हर नाम रहो तू मन मेरे दुख सब विसारना गीता करे तेरा काज सब सवारना समराथ स्वामी सो तो मनो विसारे नानक मन मेरे सदा रहो हर नामे साचे साहेबा क्या नहीं कर मेरे करता तेरा सब किश है जिसने सो पावे सदा सिमत सदा तेरी नाम मन वसावे नाम जिनके मन बसिया वज शब्द कहे नानक सचे साहिब क्या नहीं कर तेरे सच्चा नाम मेरा यारो साजना मेरा नाम मेरा जिन आशा लगवाइना हर शांत सुख मन आए बसिया जिन इच्छा सब बुझाइया सदा गुरबान किता गुर बिटो मौज सदीने बड़वाइना कहे नानक सुनो संतो शब्द करो प्यारो सच्चा नाम मेरा यारो बाजे मंच शब्द दिल भर समागे कहे नानक मैं सुख होआ तित करन हट बाजे आनंद सुनो वट पागी हो सगल मनोरथ पूरे पारवरण प्रभु पाया उतरे सद वसूरे रोग रोग संताप उतरे सुनी सच्ची वाणी सात साल रुपए सर से पूरे करते ज्ञानी सुनते बने मिले में तुरंत सद नर रहया पर पूरे भगवंत नंद गुण चरण लागे बाजे अनहद तूरे सुनते बने मिले में तुरंत सद नर रहया पर पूरे भगवंत नंद गुण चरण लागे बाजे अनहद तूरे सो कपावड़ गुण पानी पिता माता धर्म माता दिवस रात नय नाई काया किल सगल जगत जगियाइयां मुड़ियाइयां वाचे धर्म दूर करनी आपको आपनी के मिलते दूर जिनी नाम ते आया जिनी नाम ते आया जिन्नी नाम के आया जिन्नी नाम के आया जिनी नाम ते आया जिनी नाम ते आया जिनी नाम ते आया उदय मुसंग था केती छुट्टी नाल बोलो वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह जी तू ठाकर तुम अरदास जियो पिंड सब तुम मात पिता मुबारक तेरे तुम्हारी के रूपा में कोई न जाने तुम्हारा अंत ऊंचे तेरु तापगा सगल समग्र ही तुम्हारा